ਜਿੱਤ ਦਾ ਕਾਰਨ ਕੌਣ ਬਣਿਆ? ਗੁਰੂ ਸਾਹਿਬ ਤੇ ਆ ਕੇ ਮੋਦੀ ਨੇ ਹੁਣ ਉਹਦੀ ਜਿਹੜੀ ਧੌਣ ਤੇ ਗੋਡਾ ਸੀ ਉਹ ਅਕਾਲ ਪੁਰਖ ਵਾਹਿਗੁਰੂ ਰੱਖੀ ਪਿਆ ਸੀ, ਤਿੰਨੇ ਹੀ ਕੈਂਸਲ ਕਰਾਤੇ ਗੁਰੂ ਨਾਨਕ ਸਾਹਿਬ ਵਾਲੇ ਜਨਮ ਦਿਹਾੜੇ ਤੇ। ਕਾਮਰੇਡ ਇਹ ਵੀ ਕਹਿ ਰਹੇ ਨੇ, ਉਹ ਕਹਿੰਦੇ ਵੀ ਜੇ ਗੁਰੂ ਦੀ ਕਿਰਪਾ ਹੋਈ ਹੈ ਧਰਨੇ ਤਾਂ ਕਹਿੰਦੇ ਪੰਜਾਬ 'ਚ ਵੀ ਬਹੁਤ ਥਾਂ ਚੱਲੀ ਜਾਂਦੇ ਆ। ਬੇਅਦਬੀ ਦਾ ਮਾਮਲਾ ਬਰਗਾੜੀ ਵਿਖੇ ਲੱਗਿਆ ਤੇ ਬਹੁਤ ਸਾਰੇ ਚੰਨੀ ਦੇ ਬੰਦੇ ਤਾਂ ਕੁੱਟ-ਕੁੱਟ ਜਿਹੜੇ DSP ਵਰਗੇ ਆ ਛਿੱਲੀ ਜਾ ਰਹੇ ਆ ਵੀ ਫਿਰ ਇੱਥੇ ਕਿਰਪਾ ਕਿਉਂ ਨਹੀਂ ਹੋ ਰਹੀ? ਸਿਰਫ ਉਸੇ ਧਰਨੇ ਦੇ ਵਿੱਚ, ਉਸੇ ਅੰਦੋਲਨ ਦੇ ਵਿੱਚ ਕਿਰਪਾ ਕਿਉਂ ਹੋਈ? ਮੈਂ ਤੁਹਾਨੂੰ ਦੱਸਦਾ, ਹੁਣ ਅਸੀਂ ਤੁਹਾਨੂੰ ਇੱਜ਼ਤ ਦੇ ਰਹੇ ਹਾਂ, ਤੁਹਾਡੇ ਪਚਦੀ ਆ ਤਾਂ ਪਚਾ ਲਓ, ਜੇ ਨਹੀਂ ਪਚਦੀ ਤਾਂ ਤੁਸੀਂ ਕੌੜ ਤੁੰਮੇ ਹੋ, ਤੁਹਾਡੇ ਮਣਾ ਮੂੰਹ ਹੀ ਮਿੱਠਾ ਪਾਈ ਜਾਈਏ ਪਰ ਤੁਸੀਂ ਖਰਬੂਜੇ ਨਹੀਂ ਬਣ ਸਕਦੇ, ਇਹ ਕੌੜ ਤੁੰਮੇ ਹੀ ਰਹਿਣਗੇ। ਥੋੜੇ ਜਿਹੇ ਦਿਨ ਚੁੱਪ ਰਹਿਣ ਦਿਓ ਮੈਨੂੰ ਵੀ, ਨਹੀਂ ਤਾਂ ਇਹਨਾਂ ਦੀਆਂ ਚੀਕਾਂ ਬਹੁਤ ਪੈਣੀਆਂ। ਯਾਰ ਬਾਈ ਜੀ ਤਾਂ ਸਰਕਾਰ ਬਣਾਈ ਫਿਰਦੇ ਨੇ ਯਾਰ, ਮੈਂ ਕਹਿੰਦਾ ਚਾਹੇ 10 ਸਰਕਾਰ ਬਣਾ ਲੈਣ, ਸਰਕਾਰਾਂ ਨੂੰ ਅੱਗੇ ਲਾਉਣਾ ਕਿਹੜਾ ਸਾਨੂੰ ਨਹੀਂ ਆਉਂਦਾ। ਦੀਪ ਸਿੱਧੂ ਨੂੰ ਵੀ ਦੇਖ ਰਹੇ ਵੀ ਇਹ ਵੀ ਆਉਣ ਵਾਲੇ ਸਮੇਂ ਦੇ ਵਿੱਚ ਗਦਾਰ ਬਣ ਸਕਦਾ ਹੈ। ਨਾ ਭਾਜਪਾ, ਨਾ ਕਾਂਗਰਸ, ਨਾ ਬਾਦਲ ਖੇ ਤੇ ਨਾ ਝਾੜੂ ਦੇ ਹਾਣੀ, ਸਾਡੀ ਤਾਂ ਸਪਸ਼ਟ ਕਹਾਣੀ। ਟਾਈਮ ਦੀ ਗੱਲ ਹੀ ਹੈ ਨਾ, ਵੇਟ ਕਰ ਲੈਂਦੇ ਆਪਾਂ। ਤੇ ਉਹ ਫੇਰ ਕੀ ਕਰੀਏ? ਫਿਰ ਤਾਂ ਮੈਨੂੰ ਪੰਜਾਬ ਨਾ ਵਾੜਿਓ, ਬਾਕੀਆਂ ਨਾਲ ਜਿਹੜੀ ਕੁੱਤੀ ਖਾਣੀ ਕਰਦੇ ਹੋ ਉਦੋਂ ਦੁੱਗਣੀ ਕਰਿਓ। ਚਰਚਾ ਇਹ ਵੀ ਬਣੀ ਹੋਈ ਹੈ, ਕਹਿੰਦੇ ਦੀਪ ਸਿੱਧੂ ਸ਼ੰਭੂ ਜਾ ਕੇ ਆ ਤਾਂ ਬੈਠ ਗਏ, ਉਹਨਾਂ ਦਾ ਸਵਾਗਤ ਕਰ ਰਹੇ ਨੇ ਵੀ ਉੱਥੋਂ ਕਿਉਂ ਨਹੀਂ ਆਇਆ? ਲੜਨ ਵੇਲੇ ਤੁਹਾਡਾ ਹੋਣਾ ਬਹੁਤ ਜ਼ਰੂਰੀ ਹੁੰਦਾ, ਜਸ਼ਨ 'ਚ ਤੁਸੀਂ ਹੋ ਨਾ ਹੋ ਮੈਟਰ ਨਹੀਂ ਕਰਦੀ ਗੱਲ। ਜਗਾਣਾ ਨਾਲੋਂ ਜੇ ਸਿੱਧਾ ਸਿੰਘਾਂ ਬਣਨ ਨੂੰ ਪਾਵੇ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਸਾਨਾਂ ਦੀ ਜਿੱਤ ਹੋ ਚੁੱਕੀ ਹੈ ਤੇ ਜਿੱਤ ਤੋਂ ਬਾਅਦ ਫਤਿਹ ਮਾਰਚ ਦੀਆਂ ਤਸਵੀਰਾਂ ਵੀ ਤੁਸੀਂ ਵੇਖੀਆਂ। ਪੜਾਅ ਦਰ ਪੜਾਅ ਕਿਸਾਨ ਭਰਾਵਾਂ ਦਾ ਸਵਾਗਤ ਕੀਤਾ ਜਾ ਰਿਹਾ ਹੈ ਤੇ ਹੁਣ ਪਾਲਕੀ ਸਾਹਿਬ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਵੀ ਕੁਝ ਹੀ ਸਮੇਂ ਬਾਅਦ ਸ਼ੰਭੂ ਬੈਰੀਅਰ ਵਿਖੇ ਪਹੁੰਚਣ ਵਾਲੇ ਨੇ ਤੇ ਸ਼ੰਭੂ ਬੈਰੀਅਰ ਵਿਖੇ ਵੀ ਸੰਗਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਨਤਮਸਤਕ ਹੋਣ ਦੇ ਲਈ, ਸ਼ੁਕਰਾਨਾ ਕਰਨ ਦੇ ਲਈ ਪਹੁੰਚੇ ਨੇ ਤੇ ਨਾਲ ਹੀ ਦੀਪ ਸਿੱਧੂ ਜਿਹੜੇ ਸ਼ੰਭੂ ਵਿਖੇ ਮੋਰਚਾ ਲਗਾਉਂਦੇ ਨੇ ਤੇ ਫਿਰ ਇੱਥੋਂ ਹੀ ਮੈਂ ਕਹਿੰਦਾ ਵੀ ਅੰਦੋਲਨ ਦੀ ਅਸਲ ਸ਼ੁਰੂਆਤ ਸ਼ੰਭੂ ਤੋਂ ਸ਼ੁਰੂ ਹੁੰਦੀ ਹੈ, ਕਿਉਂਕਿ ਇੱਥੇ ਸਾਨੂੰ ਪਹਿਲੇ ਬੈਰੀਕੇਡ ਮਿਲਦੇ ਨੇ, ਉਹ ਪੁੱਟੇ ਜਾਂਦੇ ਨੇ ਤੇ ਫਿਰ ਅਸੀਂ ਅੱਗੇ ਵਧਦੇ ਹਾਂ ਤੇ ਅੱਜ ਅਸੀਂ ਜਿੱਤ ਕੇ ਵਾਪਸ ਪਰਤ ਰਹੇ ਹਾਂ। ਬਈ ਕਿਵੇਂ ਵੇਖਦੇ ਹੋ? ਗਏ ਪਾਣੀ ਦੀਆਂ ਬੁਛਾੜਾਂ ਨਾਲ ਸੀ ਪਰ ਫੁੱਲਾਂ ਦੀ ਵਰਖਾ ਦੇ ਨਾਲ ਵਾਪਸ ਆ ਰਹੇ ਹਾਂ। ਇਹਦਾ ਇੱਕ ਬਹੁਤ ਵੱਡੀ ਇਹਦੇ ਅੰਦਰ ਕੁਝ ਰਾਜ ਪਿਆ। ਹੁਣ ਇਹ ਆਪਾਂ ਦੇਖੀਏ, ਜੇ ਅਸੀਂ ਕਹਿ ਰਹੇ ਹਾਂ ਨਾ ਵੀ ਪੰਜਾਬ ਲਈ ਲੜਦੇ ਆ, ਸਾਰੇ ਹੀ ਪੰਜਾਬ ਲਈ ਲੜ ਰਹੇ ਆ, ਹਨਾ? ਪੰਜਾਬ ਲਈ ਜਦੋਂ ਤੁਸੀਂ ਲੜੋਗੇ ਤਾਂ ਅਸਲ ਪੰਜਾਬ ਦੀ ਲੜਾਈ ਕੌਣ ਲੜ ਰਿਹਾ? ਉਹ ਲੜ ਰਿਹਾ ਜਿਹੜਾ ਸੰਘਰਸ਼ ਕਰ ਰਿਹਾ। ਸੰਘਰਸ਼ ਕਰਦਿਆਂ ਨੂੰ ਬੜੀਆਂ ਤੱਤੀਆਂ ਹਵਾਵਾਂ ਵਗਣਗੀਆਂ, ਜਿਵੇਂ ਹੁਣ ਤੁਸੀਂ ਕਿਹਾ ਗਏ ਪਾਣੀ ਦੀਆਂ ਵਿਛਾੜਾਂ, ਅਥਰੂ ਗੈਸ ਦੇ ਗੋਲੇ, ਹਨਾ? ਆਉਂਦੇ ਆ ਤਾਂ ਫੁੱਲਾਂ ਦੀ ਵਰਖਾ। ਸੋ ਪੰਜਾਬ ਦਾ ਹੱਲ ਸੰਘਰਸ਼ਾਂ 'ਚ ਹੀ ਪਿਆ। ਲੀਡਰਸ਼ਿਪ ਨੂੰ ਵੀ ਇਹਦੇ 'ਚੋਂ ਲੰਘਣਾ ਪਊ ਤੇ ਲੋਕਾਂ ਨੂੰ ਵੀ ਇਹਦੇ 'ਚੋਂ ਹੀ ਲੰਘਣਾ ਪਊਗਾ। ਆਪਦਾ ਕੰਫਰਟ ਜ਼ੋਨ ਸਮਝਦੇ ਹੋ? ਜਿਹੜੇ ਅਸੀਂ ਘਰਾਂ 'ਚ ਬੈਠੇ ਸੋਸ਼ਲ ਮੀਡੀਆ ਤੇ ਲਿਖ ਕੇ ਸੋਚ ਰਹੇ ਹਾਂ ਵੀ ਜਿਹੜਾ ਕੁਛ ਅਸੀਂ ਮੰਨ ਲਓ ਲੈ ਜਾਾਂਗੇ ਤੇ ਆਪਦਾ ਬਸ ਸਾਡਾ ਯੋਗਦਾਨ ਹੋ ਗਿਆ, ਉਹ ਕੰਫਰਟ ਜ਼ੋਨ ਛੱਡ ਕੇ ਸੰਘਰਸ਼ਾਂ 'ਚ ਉਤਰਨਾ ਪਊਗਾ ਬਾਈ ਜੀ। ਤੇ ਸੰਘਰਸ਼ਾਂ ਦੇ ਵਿੱਚ ਦੀ ਸਾਨੂੰ ਪੰਜਾਬ ਦਾ ਹੱਲ ਮਿਲ ਸਕਦਾ, ਨਵਾਂ ਪੰਜਾਬ ਸਿਰਜਿਆ ਜਾ ਸਕਦਾ, ਬੜਾ ਕੁਝ ਸਿਰਜਿਆ ਜਾ ਸਕਦਾ। ਜਦੋਂ ਤੱਕ ਤੁਸੀਂ ਉਹ ਕੰਫਰਟ ਜ਼ੋਨ ਨੂੰ ਛੱਡ ਕੇ ਨਹੀਂ ਖੜੇ ਹੁੰਦੇ, ਉਦੋਂ ਤੱਕ ਪੰਜਾਬ ਦੀ ਲੜਾਈ ਕੋਈ ਨਹੀਂ ਲੜ ਰਿਹਾ। ਉਹ ਝੂਠ ਬੋਲ ਰਹੇ ਆ ਤੇ ਪੰਜਾਬ ਦੇ ਹੱਲ ਉਦੋਂ ਤੱਕ ਸਾਡੇ ਕੋਲੇ ਆਉਣੇ ਜਾਂ ਮਿਲਣੇ ਸਾਨੂੰ ਉਹ ਮੁਸ਼ਕਲ ਆ। ਤੇ ਬਾਈ ਤੁਸੀਂ ਗੱਲ ਕੀਤੀ ਹੈ ਵੀ ਸਾਨੂੰ ਸੰਘਰਸ਼ ਹੀ ਕਰਨੇ ਪੈਣਗੇ। ਕੀ ਬਹੁਤ ਲੋਕ ਤਾਂ ਇਹ ਸੋਚ ਰਹੇ ਨੇ ਵੀ ਇਹ ਲੜਾਈ ਵੱਡਾ ਅੰਦੋਲਨ ਸੀ, ਜਿੱਤਿਆ ਗਿਆ ਤਾਂ ਸਭ ਕੁਝ ਮਸਲੇ ਹੱਲ ਹੋ ਗਏ? ਕੀ ਹਲੇ ਹੋਰ ਵੀ ਮਸਲੇ ਹੈਗੇ ਨੇ ਜਿਨ੍ਹਾਂ ਨੂੰ ਅਜਿਹੇ ਸੰਘਰਸ਼ਾਂ ਦੀ, ਅਜਿਹੇ ਅੰਦੋਲਨਾਂ ਦੀ ਲੋੜ ਹੈਗੀ ਹੈ? ਦੇਖੋ ਗੱਲ ਇਹ ਆ ਵੀ ਉਹਨਾਂ ਨੇ 3 ਕਾਨੂੰਨ ਲਾਗੂ ਵੀ ਨਹੀਂ ਕੀਤੇ, ਹਜੇ ਤਾਂ ਲਾਗੂ ਵੀ ਨਹੀਂ ਹੋਏ ਸੀ ਤੇ ਵਾਪਸ ਲੈ ਲਏ। ਅਸੀਂ ਇਹਦੇ 'ਚ 700 ਜਾਨਾਂ ਆਪਦੇ ਬੰਦਿਆਂ ਦੀਆਂ ਕੁਰਬਾਨ ਕਰਕੇ, ਇਸ 'ਚ ਕਿੰਨੇ ਰਿਸੋਰਸਿਸ, ਪੈਸਾ, ਸਮਾਂ, ਹੈ ਨਾ,
ਅਦਰਵਾਈਜ਼ ਦੇਖੋ ਕਿੰਨੇ ਰਿਸੋਰਸਸ ਲੱਗੇ ਸਾਡੇ, ਕਿੱਡਾ ਲੰਬਾ ਸੰਘਰਸ਼ ਕਰਨਾ ਪਿਆ, ਜੇਲਾਂ ਵੀ ਗਏ, ਤੌਮਤਾਂ ਵੀ ਲੱਗੀਆਂ, ਬੜਾ ਕੁਝ ਦੇਖਿਆ। ਪਰ ਇੰਨਾ ਸੰਘਰਸ਼ ਕਰਕੇ ਸਾਨੂੰ ਮਿਲਿਆ ਕੀ? ਆਉਣ ਵਾਲੀ ਕੋਈ ਨਵੀਂ, ਜਿਹਦੇ ਸਿੱਟੇ ਹਜੇ ਸਾਡੇ ਸਾਹਮਣੇ ਨਹੀਂ ਆਏ ਸੀ, ਕੋਈ ਨਵੀਂ ਮੁਸੀਬਤ ਉਹ ਨਹੀਂ ਸਾਡੇ ਤੇ ਆ ਰਹੀ। ਪਰ ਇਹਦਾ ਮਤਲਬ ਇਹ ਨਹੀਂ ਆ ਵੀ ਬਾਕੀ ਸਭ ਕੁਝ ਹੱਲ ਹੋ ਗਿਆ। ਪੰਜਾਬ ਨੂੰ, ਪੰਜਾਬ ਦੇ ਕਿਸਾਨਾਂ ਨੂੰ ਪੰਜਾਬ ਪੱਖੀ ਕੋਈ ਖੇਤੀਬਾੜੀ ਦਾ ਮਾਡਲ ਮਿਲ ਗਿਆ? ਨਹੀਂ ਮਿਲਿਆ। ਕਿਸਾਨ ਕਰਜ਼ੇ ਤੋਂ ਮੁਕਤ ਹੋ ਗਏ? ਨਹੀਂ ਹੋਏ। ਖੁਦਕੁਸ਼ੀਆਂ ਤੋਂ ਪਾਸੇ ਹੋ ਜਾਣਗੇ? ਕੋਈ ਜਵਾਬ ਨਹੀਂ। ਸਾਡੇ ਪਾਣੀਆਂ ਦੇ ਮਸਲੇ ਹੱਲ ਹੋ ਗਏ? ਕੋਈ ਜਵਾਬ ਨਹੀਂ। ਨਸ਼ੇ ਦੇ, ਪ੍ਰਵਾਸ ਦੇ, ਮਾਂ ਬੋਲੀ ਦੇ, ਸਾਡੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਸਲੇ ਹੱਲ ਹੋ ਗਏ? ਕੋਈ ਜਵਾਬ ਨਹੀਂ। ਤਾਂ ਸਭ ਕੁਝ ਤਾਂ ਉੱਥੇ ਹੀ ਖੜਾ। ਜੇ ਤੁਸੀਂ ਇਹ ਦੇਖੋ, ਅਸੀਂ ਇਸ ਪ੍ਰਾਪਤੀ ਲਈ ਐਡਾ ਲੰਬਾ ਸੰਘਰਸ਼ ਸਾਨੂੰ ਵਿੱਢਣਾ ਪਿਆ, ਤੇ ਇਹ ਸੰਘਰਸ਼ ਕਰਕੇ ਅਸੀਂ ਸਿਰਫ ਇੰਨਾ ਪ੍ਰਾਪਤ ਕਰ ਸਕੇ ਹਾਂ ਵੀ ਆਉਣ ਵਾਲੀ ਮੁਸੀਬਤ ਸਾਡੇ ਤੇ ਨਾ ਆਵੇ। ਪਰ ਬਾਕੀ ਤਾਂ ਸਭ ਕੁਝ ਐਜ਼ ਇਟ ਇਜ਼ ਹੀ ਖੜਾ ਨਾ। ਇਹਦਾ ਮਤਲਬ ਬਈ ਇਹਦਾ ਮਤਲਬ ਇੱਕ ਮਰੀਜ਼ ਹੈ, ਉਹਦੀਆਂ ਬਹੁਤ ਸਾਰੀਆਂ ਉਹਨੂੰ ਬਿਮਾਰੀਆਂ ਹੈ, ਇੱਕ ਬਿਮਾਰੀ ਦਾ ਉਹਦਾ ਇਲਾਜ ਹੋ ਜਾਂਦਾ, ਤੇ ਫਿਰ ਉਹ ਮਰੀਜ਼ ਨੂੰ ਇੰਨੇ ਜਸ਼ਨ ਮਨਾਉਣੇ ਫਿਰ ਸ਼ੋਭਦੇ ਨੇ। ਫਿਰ ਠੀਕ ਹੈ ਇਹ ਗੱਲ? ਹਾਂ, ਇਹ ਵੀ ਗੱਲ ਸਾਨੂੰ ਸਮਝਣੀ ਪੈਣੀ ਆ। ਕੱਲ ਮੈਂ ਇੱਕ ਪੋਸਟ ਪਾਈ ਸੀ ਲੀਡਰਸ਼ਿਪ ਦੇ ਸੰਦਰਭ 'ਚ। ਸਾਡੇ ਲੋਕਾਂ 'ਚ ਸੈਂਸ ਆਫ ਵਿਕਟਰੀ ਹੋਣੀ ਬਹੁਤ ਜ਼ਰੂਰੀ ਆ। ਉਹਨਾਂ ਨੂੰ ਸੈਂਸ ਆਫ ਵਿਕਟਰੀ ਦੇਣੀ, ਜਿੱਤ ਦਾ ਅਹਿਸਾਸ ਦੇਣਾ ਬਹੁਤ ਜ਼ਰੂਰੀ ਆ, ਕਿਉਂਕਿ ਇਹ ਤੁਹਾਡੇ ਅੰਦਰ ਹੌਸਲਾ ਤੇ ਹਿੰਮਤ ਭਰਦਾ। ਪਰ ਲੀਡਰਸ਼ਿਪ ਕੀ ਹੁੰਦੀ ਆ? ਲੀਡਰਸ਼ਿਪ ਉਹ ਹੁੰਦੀ ਆ ਜਿਹੜੀ ਦੂਰਦਰਸ਼ੀ ਹੋਵੇ। ਲੀਡਰਸ਼ਿਪ ਉਹ ਹੁੰਦੀ ਆ ਜਿਹੜੀ ਵਿਜ਼ਨਰੀ ਹੋਵੇ, ਹੈ ਨਾ। ਲੀਡਰਸ਼ਿਪ ਨੇ ਗਾਂਹ ਦਾ ਸੋਚਣਾ, ਆਉਣ ਵਾਲੇ ਸਮੇਂ 'ਚ ਪੰਜਾਬ ਨੂੰ ਸਿਰਜਣਾ, ਕੌਮ ਨੂੰ ਸਿਰਜਣਾ। ਲੀਡਰਸ਼ਿਪ ਕਿੰਨਾ ਜਸ਼ਨ ਮਨਾ ਰਹੀ ਆ, ਲੀਡਰਸ਼ਿਪ ਇੱਥੇ ਕੀ ਐਕਟ ਕਰ ਰਹੀ ਆ। ਅਵੇਸਲੇ ਹੋ ਗਏ ਕਿ ਉਹਨਾਂ ਹੋਰ ਚਕੰਨੇ ਹੋ ਗਏ ਵੀ ਇਹ ਤਾਂ ਸਾਡੇ ਤੇ ਹੁਣ ਦੁੱਗਣੇ ਜ਼ੋਰ ਨਾਲ ਵਾਪਸ ਆਊ। ਸਰਕਾਰ, ਸਟੇਟ ਸਾਡੇ ਤੇ ਦੁੱਗਣੇ ਜ਼ੋਰ ਨਾਲ ਵਾਪਸ ਆਊ। ਬੜੇ ਵੱਡੇ ਲੈਵਲ ਤੇ ਉਹਨਾਂ ਨੇ ਆਪਦੀਆਂ ਸਾਜ਼ਿਸ਼ਾਂ ਘੜ ਰੱਖੀਆਂ। ਸਾਡੀ ਲੀਡਰਸ਼ਿਪ ਇੰਨੀ ਦੂਰਦਰਸ਼ੀ ਹੈ ਵੀ ਉਸ ਗੱਲ ਨੂੰ ਸਮਝ ਸਕੇ। ਸੋ ਗੱਲ ਇੱਥੇ ਤੁਹਾਡੀ ਸਕਸੈਸ ਪਈ ਆ। ਤੁਹਾਡੀ ਸਕਸੈਸ ਲੀਡਰਸ਼ਿਪ ਦੇ ਦੂਰ ਅੰਦੇਸ਼ੀ ਹੋਣ 'ਚ ਪਈ ਆ, ਵਿਜ਼ਨਰੀ ਹੋਣ 'ਚ ਪਈ ਆ। ਜੇ ਉਹ ਵਿਜ਼ਨਰੀ ਨਹੀਂ ਤਾਂ ਤੁਸੀਂ ਅੱਜ ਜਿੱਤ ਅਸੀਂ ਮਨਾ ਰਹੇ ਹਾਂ, ਆਉਣ ਵਾਲੇ ਸਮੇਂ 'ਚ ਸਾਨੂੰ ਫੇਰ ਰੋਣਾ ਪੈ ਸਕਦਾ ਜਿੱਥੇ ਅਸੀਂ ਖੜੇ ਸੀ ਆ ਕੇ। ਸੋ ਲੋਕਾਂ 'ਚ ਜਿੱਤ ਦਾ ਜਜ਼ਬਾ, ਇਸ ਜਿੱਤ ਦੇ ਜਜ਼ਬੇ ਨੂੰ, ਇਸ ਅਹਿਸਾਸ ਨੂੰ ਮਨਾਉਣਾ ਇਹ ਜ਼ਰੂਰੀ ਆ, ਤਾਂ ਕਿ ਉਹ ਹਿੰਮਤ ਤੇ ਹੌਸਲਾ ਪਿਆ ਰਹੇ ਵੀ ਅੱਗਿਓਂ ਜਦੋਂ ਕਿਤੇ ਲੋੜ ਪਵੇ ਤਾਂ ਫਿਰ ਦੁੱਗਣੇ ਬੰਦੇ ਖੜੇ ਹੋਣ ਵੀ ਅਸੀਂ ਜਿੱਤ ਕੇ ਆਏ ਸੀ, ਅਸੀਂ ਅਗਲਾ ਸੰਘਰਸ਼ ਵਿੱਢਣਾ। ਪਰ ਇੱਥੇ ਲੀਡਰਸ਼ਿਪ ਨੇ ਸਾਡਾ ਸਭ ਕੁਝ ਕਿਵੇਂ ਸਿਰਜਣਾ, ਸਾਡੀ ਸਕਸੈਸ, ਐਕਚੁਅਲ ਸਕਸੈਸ ਉੱਥੇ ਪਈ ਆ। ਹੁਣ ਲੀਡਰਸ਼ਿਪ ਨੇ ਜੋ ਕੁਝ ਸਾਡੇ ਆਗੂ ਸਾਹਿਬਾਨ ਨੇ ਜੋ ਕੁਝ ਕੀਤਾ ਜਾਂ ਹੋ ਰਿਹਾ, ਉਹ ਠੀਕ ਹੈ ਹੁਣ ਜੋ ਤੁਸੀਂ ਦੇਖ ਰਹੇ ਹੋ? ਹਾਂਜੀ, ਦੇਖੋ ਗੱਲ ਇਹ ਆ ਵੀ ਇੰਨੀ ਛੇਤੀ ਫੈਸਲੇ ਨਹੀਂ ਕਰ ਸਕਦੇ, ਇਹਦਾ ਐਨਾਲਿਸਿਸ ਇੰਨੀ ਛੇਤੀ ਨਹੀਂ ਹੋ ਸਕਦਾ। ਅੰਦੋਲਨ 'ਚ ਜੋ ਕੁਝ ਹੋਇਆ ਉਹ ਸਾਰਿਆਂ ਦੇ ਸਾਹਮਣੇ ਆ। ਸੋ ਇੱਥੇ ਕੋਈ ਕੰਟਰੋਵਰਸ਼ੀਅਲ ਗੱਲ ਫੇਰ ਕਰ ਦਈਏ ਇਸ ਸੈਲੀਬ੍ਰੇਸ਼ਨ 'ਚ, ਉਹ ਇਹ ਨਹੀਂ ਆਪਾਂ ਕਰ ਸਕਦੇ। ਪਰ ਸਵਾਲਾਂ ਤੋਂ ਵੀ ਲੀਡਰਸ਼ਿਪ, ਸੱਚ ਤੋਂ ਵੀ ਭੱਜ ਨਹੀਂ ਸਕਦੇ ਨਾ ਬਾਈ। ਤੋਂ ਵੀ ਨਹੀਂ ਭੱਜਣਗੇ, ਨਾ ਹੀ ਆਪਾਂ ਭੱਜੀਏ। ਸਵਾਲਾਂ ਤੋਂ ਵੀ ਉਹਨਾਂ ਨੂੰ ਮੁਕਤ ਨਹੀਂ ਕਰਦੇ। ਪੰਥਕ ਜਾਂ ਪੰਥ ਦੇ ਉਲਟ ਜੋ ਗੱਲਾਂ ਕੀਤੀਆਂ, ਪੰਥ ਦੇ ਮਿਹਣੇ ਤੋਂ ਵੀ ਮੁਕਤ ਨਹੀਂ ਹੋਣਗੇ। ਔਰ ਪੰਥ ਦਾ ਮਿਹਣਾ ਲੈਣਾ ਵੀ ਨਹੀਂ ਚਾਹੀਦਾ, ਇਹ ਸਦੀਆਂ ਤੱਕ ਪਿੱਛਾ ਨਹੀਂ ਛੱਡਦਾ। ਸੋ ਇਹ ਸਮਾਂ ਆਊਗਾ, ਨਤਾਰੇ ਬੜੇ ਹੋਣੇ ਆ। ਪੰਜਾਬ ਦੇ ਲੋਕ, ਸਾਰੀ ਸੰਗਤ ਨੇ ਆਪੇ ਦੇਖਣਾ, ਸਭ ਕੁਝ ਨਿਤਰਿਆ ਆਉਣਾ, ਹੈ ਨਾ। ਛਾਨਣਾ ਗੁਰੂ ਸਾਹਿਬ ਨੇ ਬਹੁਤ ਵੱਡਾ ਲਾਇਆ ਹੋਇਆ। ਸੋ ਇਸ ਕਰਕੇ ਅੱਜ ਤਾਂ ਇਸ ਜਿੱਤ ਦੇ ਅਹਿਸਾਸ 'ਚ ਰਹੀਏ, ਇਹਨੂੰ ਮੰਨੀਏ। ਸੋ ਆਉਣ ਵਾਲੇ ਸਮੇਂ 'ਚ ਪਰ ਨਾਲ ਦੀ ਨਾਲ ਅਸੀਂ ਆਪਦੀ ਪਿੱਛੇ ਰਹਿ ਕੇ ਇਹ ਦੇਖੀਏ ਵੀ ਅੱਗੇ ਜਿਹੜੇ ਆ ਉਹ ਕਰ ਕੀ ਰਹੇ ਆ, ਤੇ ਸਾਡੀ ਲੋੜ ਕਦੋਂ ਉੱਥੇ ਪੈ ਸਕਦੀ ਆ ਵੀ ਅਸੀਂ ਅੱਗੇ ਉਹਨਾਂ ਦੇ ਕੋਲੇ ਜਾ ਕੇ ਫੇਰ ਉਹਨਾਂ ਨੂੰ ਰਿਐਲਿਟੀ 'ਚ ਵਾਪਸ ਲੈ ਕੇ ਆਈਏ, ਕਿਉਂਕਿ ਇਹ ਰੋਲ ਨਿਭਾਉਣਾ ਬਹੁਤ ਜ਼ਰੂਰੀ ਆ ਸਾਡਾ। ਹੁਣ ਆਪਾਂ ਜਦੋਂ ਜਿੱਤ ਹੁੰਦੀ ਹੈ, ਕਿਸਾਨ ਭਰਾ ਬਹੁਤ ਸਾਰੇ ਉੱਥੇ ਚਲੇ ਜਾਂਦੇ ਨੇ, ਬਹੁਤ ਆਗੂ ਵੀ ਉੱਥੇ ਜਾਂਦੇ ਨੇ ਬੱਤੀਆਂ ਤੋਂ ਇਲਾਵਾ। ਤੇ ਚਰਚਾ ਇਹ ਵੀ ਬਣੀ ਹੋਈ ਹੈ, ਕਹਿੰਦੇ ਦੀਪ ਸਿੱਧੂ ਸ਼ੰਭੂ ਜਾ ਕੇ ਆ ਤਾਂ ਬੈਠ ਗਏ, ਉਹਨਾਂ ਦਾ ਸਵਾਗਤ ਕਰ ਰਹੇ ਨੇ ਵੀ ਉੱਥੋਂ ਕਿਉਂ ਨਹੀਂ ਆਇਆ। ਨਹੀਂ, ਦੇਖੋ ਗੱਲ ਇਹ ਆ, ਮੈਂ ਹਮੇਸ਼ਾ ਇਹ ਗੱਲ ਮੰਨਦਾ, ਲੜਨ ਵੇਲੇ ਤੁਹਾਡਾ ਹੋਣਾ ਬਹੁਤ ਜ਼ਰੂਰੀ ਹੁੰਦਾ। ਜਸ਼ਨ 'ਚ ਤੁਸੀਂ ਹੋ ਨਾ ਹੋ ਮੈਟਰ ਨਹੀਂ ਕਰਦੀ ਗੱਲ,
ਹੈ ਨਾ। ਜਦੋਂ ਲੜਾਈ ਸੀ ਉਦੋਂ ਆਪਾਂ ਨਾਲ ਰਹੇ, ਜੇਲ੍ਹਾਂ ਵੀ ਕੱਟੀਆਂ, ਸਭ ਕੁਝ ਕੀਤਾ। ਅੱਜ ਜਸ਼ਨ ਆ ਤਾਂ ਜਸ਼ਨ ਮੈਂ ਇਹ ਗੱਲ ਸਮਝੀ ਵੀ ਜਿਹੜੇ ਮੋਰਚੇ ਤੋਂ ਸ਼ੁਰੂਆਤ ਕੀਤੀ ਸੀ, ਸ਼ੰਭੂ ਮੋਰਚੇ 'ਚੋਂ, ਉੱਥੇ ਜਾ ਕੇ ਅਸੀਂ ਸਵਾਗਤ ਕਰੀਏ, ਉੱਥੋਂ ਫੁੱਲਾਂ ਦੀ ਆਪਦੇ ਉੱਤੇ ਮੀਂਹ ਬਰਸਾਉਂਦੇ ਨਾ ਆਈਏ, ਉਹ ਮੈਨੂੰ ਚੰਗਾ ਵੀ ਨਹੀਂ ਲੱਗਦਾ। ਤੇ ਆਪਣੀ ਕੋਈ ਕ੍ਰੈਡਿਟ ਵਾਰ ਵੀ ਨਹੀਂ ਆ, ਆਪਾਂ ਤਾਂ ਇੱਕ ਸੋਲਜਰ ਵਾਂਗੂ ਰਹੇ ਤੇ ਆਪਾਂ ਇੱਥੇ ਸਵਾਗਤ ਕਰੀਏ ਸਾਰਿਆਂ ਦਾ ਹੁਣ ਵੀ ਜੀ ਆਇਆਂ ਨੂੰ ਵਾਪਸ ਆਪਦੀ ਧਰਤੀ ਤੇ। ਸੋ ਸ਼ੰਭੂ ਮੋਰਚਾ ਅੱਜ ਦੇਖੋ ਕਿਵੇਂ ਉਹੀ ਰੌਣਕਾਂ ਜਦੋਂ ਆ ਕੇ ਆਪਾਂ ਇੱਥੇ ਬੈਠੇ ਆ। ਸੋ ਇਹੀ ਕਲਾ ਹੁੰਦੀ ਆ ਗੁਰੂ ਸਾਹਿਬ ਦੀ, ਇਹੀ ਉਸ ਅਕਾਲ ਪੁਰਖ ਦਾ ਜਿਹੜਾ ਆਪਾਂ ਕਹਿੰਦੇ ਆ ਅਗਵਾਈ 'ਚ ਜਦੋਂ ਸੰਘਰਸ਼ ਲੜਿਆ ਜਾ ਰਿਹਾ ਸੀ, ਇਹੀ ਉਹਦਾ ਜਿਹੜਾ ਇੱਕ ਮਤਲਬ ਸੀ ਜਿਹੜਾ ਹੁਣ ਪ੍ਰਤੱਖ ਹੋ ਰਹੀਆਂ ਹੌਲੀ ਹੌਲੀ ਬੜਾ ਕੁਝ ਇਹ ਜਿਹੜੀਆਂ ਤੁਸੀਂ ਗੱਲਾਂ ਕਰਦੇ ਹੋ, ਜਿਹੜੇ ਤੁਹਾਡੇ ਸਮਰਥਕ ਨੇ ਉਹ ਇਹ ਕਹਿੰਦੇ ਨੇ, ਕਹਿੰਦੇ ਦੀਪ ਸਿੱਧੂ ਦੀਆਂ ਗੱਲਾਂ ਤਾਂ ਕਿਸੇ ਕਿਸੇ ਨੂੰ ਸਮਝ ਆਉਂਦੀਆਂ, ਤੇ ਜਿਹੜੇ ਤੁਹਾਡੀ ਆਲੋਚਨਾ ਕਰਦੇ ਨੇ ਜਾਂ ਤੁਹਾਡੇ ਵਿਰੋਧੀ ਨੇ ਉਹ ਵੀ ਇਹੀ ਕਹਿੰਦੇ ਆ, ਉਹ ਕਹਿੰਦੇ ਦੀਪ ਸਿੱਧੂ ਦੀਆਂ ਗੱਲਾਂ ਤਾਂ ਕਿਸੇ ਕਿਸੇ ਨੂੰ ਸਮਝ ਆਉਂਦੀਆਂ ਵੀ ਇਹ ਬੰਦਾ ਆਉਣ ਵਾਲੇ ਸਮੇਂ 'ਚ ਪਤਾ ਲੱਗੂਗਾ। ਦੋਨੋਂ ਇੱਕੋ ਗੱਲ ਕਹੀ ਜਾਂਦੇ ਆ ਵੀ ਇਹ ਬੰਦਾ ਹੁਣ ਵੀ ਬਹੁਤ ਲੀਡਰ ਨੇ ਕਿਹਾ ਵੀ ਇਹ ਤਾਂ ਭਾਜਪਾ ਦਾ ਜੁੜਿਆ ਹੋਇਆ, ਕਿਤੇ ਇਹ ਤਾਂ ਨਹੀਂ ਹੁਣ ਵੀ ਜਿੱਤ ਗਏ। ਤੁਸੀਂ ਵੀ ਆਪਣੇ ਸਮਰਥਕਾਂ ਨੂੰ ਕਹਿ ਦਿਓ ਵੀ ਹੁਣ ਤੇ ਜਿੱਤ ਗਏ, ਕੋਈ ਗੱਲ ਨਹੀਂ, ਹੁਣ ਚਾਹੇ ਜਿਹਨੂੰ ਮਰਜ਼ੀ ਵੋਟ ਪਾ ਦਿਓ। ਮੈਂ ਤਾਂ ਹੁਣ ਇੱਕੋ ਹੀ ਗੱਲ ਕਹਿ ਰਿਹਾ, ਉਹ ਪੁੱਠਾ ਪੰਗਾ ਲੈ ਲਿਆ ਮੋਦੀਆ। ਸੋ ਆਪਾਂ ਤਾਂ ਨਾ ਭਾਜਪਾ, ਨਾ ਕਾਂਗਰਸ, ਨਾ ਬਾਦਲ ਕੇ ਤੇ ਨਾ ਝਾੜੂ ਦੇ ਹਾਣੀ, ਸਾਡੀ ਤਾਂ ਸਪਸ਼ਟ ਕਹਾਣੀ ਅਕਾਲ ਪੁਰਖ ਵਾਹਿਗੁਰੂ ਦੀ ਅਗਵਾਈ 'ਚ ਅਕਾਲ ਹੀ ਸਾਡਾ ਧਰਮ ਆ ਤੇ ਅਕਾਲ ਦੀ ਸਿਆਸਤ ਵਾਲੇ ਸਿਧਾਂਤ 'ਤੇ ਖੜੇ ਆ। ਇਹ ਤੋਂ ਨਾ ਇੱਧਰ ਹੋਈਏ ਨਾ ਇੰਚ ਇੱਧਰ ਹੋਈਏ। ਇੱਥੇ ਜਿਹੜਾ ਆ ਕੇ ਸਾਡੇ ਨਾਲ ਖੜ ਜੂਗਾ ਉਹਦੇ ਨਾਲ ਜੱਫੀ ਪਾਵਾਂਗੇ, ਦੂਜਿਆਂ ਨੂੰ ਵੀ ਸਤਿਕਾਰ ਦੇਵਾਂਗੇ, ਪਰ ਅਸੀਂ ਇਸ ਸਿਧਾਂਤ 'ਤੇ ਖੜੇ ਆ। ਜਿੱਤ ਦਾ ਕਾਰਨ ਕੌਣ ਬਣਿਆ ਹੈ? ਗੁਰੂ ਸਾਹਿਬ, ਉਹਨਾਂ ਦੀ ਅਗਵਾਈ, ਭਰੋਸਾ ਜਿਨ੍ਹਾਂ ਨੇ ਰੱਖਿਆ, ਤੇ ਲੋਕ। ਅਸਲ ਗੱਲ ਪੁੱਛੋ, ਲੀਡਰਸ਼ਿਪ ਨੇ ਤਾਂ ਚਿੱਠੀਆਂ ਲਿਖੀਆਂ, ਸਾਰਿਆਂ ਨੂੰ ਪਤਾ। ਡੱਲੇਵਾਲ ਸਾਹਿਬ ਰੋਏ ਆ ਕੇ ਇਹ ਗੱਲ ਦੱਸੀ ਵੀ ਚਿੱਠੀ ਲਿਖੀ ਸੀ, ਸਾਰੇ ਬਾਕੀ ਆਗੂਆਂ ਨੇ ਉਹਦੇ 'ਚ ਇਹ ਕਿਹਾ ਸੀ ਵੀ ਇੱਕ ਬਿੱਲ ਕੈਂਸਲ ਕਰ ਦਿਓ, ਇੱਕ ਤੇ ਸਹਿਮਤੀ ਕਰ ਲੈਂਦੇ ਆ ਤੇ ਇੱਕ ਤੇ ਸਟੇਜ ਸੂਬਿਆਂ ਤੇ ਛੱਡ ਦਿਓ ਤੇ ਉਹ ਆਪੇ ਇਸ ਗੱਲ ਨੂੰ ਨਜਿੱਠ ਲੈਣਗੇ ਸੂਬੇ ਵੀ ਕਿਵੇਂ ਕਰਨਾ। ਸਭ ਕਿਤੇ ਇਹ ਗੱਲ ਹੋ ਰਹੀ ਸੀ ਵੀ ਹੁਣ ਦੀਵਾਲੀ ਤੇ ਕਰ ਦੇਣਾ ਜੀ ਇਹਨਾਂ ਨੇ ਸਮਝੌਤਾ, ਉਦੋਂ ਪਹਿਲਾਂ 15 ਅਗਸਤ ਤੇ ਕਰ ਦੇਣਾ, ਪਰ ਸਭ ਸੁੱਤੇ ਪਏ ਆ ਘਰਾਂ 'ਚ। ਤੇ ਆ ਕੇ ਮੋਦੀ ਨੇ ਹੁਣ ਉਹਦੀ ਜਿਹੜੀ ਧੌਣ ਤੇ ਗੋਡਾ ਸੀ ਉਹ ਅਕਾਲ ਪੁਰਖ ਵਾਹਿਗੁਰੂ ਰੱਖੀ ਪਿਆ ਸੀ, ਤਿੰਨੇ ਹੀ ਕੈਂਸਲ ਕਰਾਤੇ ਗੁਰੂ ਨਾਨਕ ਸਾਹਿਬ ਵਾਲੇ ਜਨਮ ਦਿਹਾੜੇ ਤੇ। ਸੋ ਇਹ ਸਿਗਨੀਫਿਕੈਂਸ ਹੈ ਇਹਦੀ ਬਹੁਤ ਵੱਡੀ, ਇਸ ਗੱਲ ਦੀ। ਜਾਮੀਆਂ 'ਚ ਪ੍ਰੋਟੈਸਟ ਹੋਏ, ਉਹਨਾਂ ਨੇ ਭਜਾ ਕੁੱਟੇ, ਹੈ ਨਾ। JNU 'ਚ ਜੋ ਹੋਇਆ ਅਸੀਂ ਦੇਖਿਆ। ਉਦੋਂ ਬਾਅਦ ਆਪਣਾ NRC CA ਉਹ ਪ੍ਰੋਟੈਸਟ ਹੋਇਆ, ਉਹਨਾਂ ਨੇ ਉੱਥੇ ਭਜਾ ਕੁੱਟੇ। ਕਸ਼ਮੀਰ 'ਚ 370 ਬਹਾਲ ਕਰਤੀ, ਉੱਥੇ ਰਿਪੀਲ ਕੀਤੀ। ਸਾਰੇ ਕਸ਼ਮੀਰ ਨੂੰ ਜਿਹੜੀ ਆਮ ਸਟਰਗਲ ਲੜ ਰਹੇ ਆ ਉਹ ਆਪਦੀ ਆਜ਼ਾਦੀ ਦੀ, ਰਾਤੋਂ ਰਾਤ ਬੰਦ ਕਰਤਾ ਤੇ 370 ਆਪਦੇ ਹਿਸਾਬ ਨਾਲ ਉਹਨਾਂ ਨੇ ਉੱਥੋਂ ਰਿਪੀਲ ਕਰ ਲਈ, ਹੈ ਨਾ। ਲੋਕ ਤਾਂ ਇਹ ਵੀ ਕਹਿ ਰਹੇ ਨੇ, ਪਰ ਜਦੋਂ ਇਹ ਕੌਮ ਜਾਂਦੀ ਆ ਸਰਕਾਰ ਨਾਲ ਲੜਦੀ ਆ, ਐਂਟੀ ਸਟੇਟ ਨੈਰੇਟਿਵ ਖੜਾ ਕਰਦੀ ਆ, ਤੇ ਇੱਕ ਪਾਸੇ ਦੇਖੋ ਬਾਹਰ ਜਦੋਂ ਰੈਫਰੈਂਡਮ ਵਾਲੀਆਂ ਗੱਲਾਂ ਤੁਰੀਆਂ ਕਿਵੇਂ ਸੰਗਤ ਦਾ ਉੱਥੇ ਜ਼ੋਰ ਪਿਆ। ਹੁਣ ਇਹ ਜੀਓਪੋਲੀਟੀਕਲ ਰੀਜ਼ਨਸ ਆ। ਇੱਕ ਪਾਸੇ ਚਾਈਨਾ ਬਹੁਤ ਵੱਡੀ ਪਾਵਰ ਦੇ ਤੌਰ ਤੇ ਉੱਭਰ ਰਿਹਾ, ਤੁਸੀਂ ਇਹਨਾਂ ਗੱਲਾਂ ਨੂੰ ਜੋੜੋ। ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹ ਦਿੱਤਾ ਜਾਂਦਾ, ਕੋਈ BJP ਦਾ ਸੀਨੀਅਰ ਲੀਡਰ ਗਵਰਨਰ ਆ ਕੇ ਇਹ ਕਹਿੰਦਾ ਵੀ ਇਸ ਕੌਮ ਨੂੰ ਖਾਲੀ ਨਾ ਮੋੜੋ। ਮੋਦੀ ਗੁਰਦੁਆਰਾ ਸਾਹਿਬ ਜਾਂਦਾ, ਮੱਥੇ ਟੇਕਦਾ। ਅਮਿਤ ਸ਼ਾਹ ਟਵੀਟ 'ਚ ਇਹ ਗੱਲ ਕਹਿੰਦਾ ਵੀ ਅਸੀਂ ਤਾਂ ਗੁਰੂ ਨਾਨਕ ਸਾਹਿਬ ਵਾਲੇ ਜਿਹੜੇ ਪ੍ਰਕਾਸ਼ ਦਿਹਾੜੇ ਤੇ ਸਿੱਖਾਂ ਨੂੰ ਤੋਹਫਾ ਦਿੱਤਾ। ਸੋ ਤੁਸੀਂ ਵੇਖੋ ਕਿੰਨਾਂ ਨੂੰ ਅਪੀਜ਼ ਕੀਤਾ ਜਾ ਰਿਹਾ, ਸਿੱਖਾਂ ਨੂੰ ਖੁਸ਼ ਕੀਤਾ ਜਾ ਰਿਹਾ, ਇਸ ਕਰਕੇ ਵੀ ਇਹ ਨਾ ਸਾਡੇ ਉਲਟ ਭੁਗਤਣ, ਹੈ ਨਾ। ਪਰ ਇੱਕ ਗੱਲ ਮੈਂ ਕਹਿੰਦਾ ਸਾਡੀ ਕੌਮ ਨੂੰ ਵੀ ਉਹ ਇਸ ਅਪੀਜ਼ਮੈਂਟ 'ਚ ਨਾ ਆਇਓ। ਇਸ ਅਪੀਜ਼ਮੈਂਟ 'ਚ ਹੁਣ ਹੋਰ ਬਹੁਤ ਬੰਦੇ ਸਾਨੂੰ ਲੈ ਕੇ ਆਉਣਗੇ, ਸਾਡੀ ਗੱਲ ਕਰਨ ਲੱਗ ਜਾਣਗੇ ਆਲ ਆਫ ਅ ਸਡਨ। ਇਸ ਅਪੀਜ਼ਮੈਂਟ 'ਚ ਨਾ ਆਇਓ। ਅਬਦਾਲੀ ਨੇ ਜਦੋਂ ਸਾਡੇ ਕੋਲੇ ਖਿਲਤ ਭੇਜੀ ਸੀ ਨਾ
ਤਾਂ ਸਿੰਘਾਂ ਨੇ ਛੋਲਿਆਂ ਦੀ ਮੁੱਠੀ ਭਰ ਕੇ ਦਾਣੇ ਐ ਖਿੱਲਤ 'ਚ ਰੱਖਤੇ ਸੀ ਵੀ ਅਸੀਂ ਤਾਂ ਘੋੜਿਆਂ ਦੀਆਂ ਕਾਠੀਆਂ ਤੇ ਰਹਿੰਦੇ ਆ, ਇੱਥੇ ਸੌਂਦੇ ਆ, ਇਹਨਾਂ ਤੇ ਜੰਗਲਾਂ 'ਚ ਰਹਿੰਦੇ ਆ, ਤੇ ਆਹ ਸਾਡਾ ਖਾਣਾ ਛੋਲੇ, ਤੇ ਆਪਦਾ ਰਾਜ ਲੈ ਗਏ ਸੀ। ਅੱਜ ਇਸ ਅਪੀਜ਼ਮੈਂਟ 'ਚ ਨਹੀਂ ਅਸੀਂ ਆਉਣਾ, ਜੋ ਦਿੰਦੇ ਆ ਉਹਨਾਂ ਨੂੰ ਆਪਦੇ ਤੌਰ ਤੇ ਦਿੰਦੇ ਰਹਿਣ ਦਿਓ, ਪਰ ਅਸੀਂ ਆਪਦੇ ਸਿਧਾਂਤ ਤੋਂ ਨਾ ਪਾਸੇ ਹੋ ਜਾਈਏ ਕਿਤੇ, ਫਿਰ ਇੱਕ ਲੰਬੀ ਗੁਲਾਮੀ ਗਲਾਂ 'ਚ ਪਾ ਜਾਾਂਗੇ। 47 ਵਾਲੀ ਗਲਤੀ ਨਹੀਂ ਕਰਨੀ, ਅਵੇਸਲੇ ਨਹੀਂ ਹੋਣਾ, ਬੜੇ ਅਸੀਂ ਸਤਰਕ ਤੇ ਵਿਜ਼ਨਰੀ ਹੋ ਕੇ ਚੱਲਣਾ, ਫੇਰ ਹੀ ਕੁਛ ਨਾ ਕੁਛ ਸਿਰਜਿਆ ਜਾ ਸਕਦਾ ਇੱਥੇ। ਤੁਸੀਂ ਹੁਣ ਗੱਲ ਕੀਤੀ ਹੈ ਵੀ ਗੁਰੂ ਸਾਹਿਬ ਦੇ ਕਰਕੇ ਸਾਰਾ ਉਹਨਾਂ ਦੀ ਕਿਰਪਾ ਹੋਈ ਹੈ, ਤੇ ਜਿਸ ਗੁਰੂ ਕਰਕੇ ਮੋਰਚਾ ਜਿੱਤਿਆ ਗਿਆ, ਫਤਿਹ ਮਾਰਚ ਸ਼ੁਰੂ ਹੋ ਜਾਂਦਾ ਹੈ, ਫਿਰ ਇਹਨਾਂ ਲੀਡਰਾਂ ਨੂੰ, ਕਿਸਾਨ ਆਗੂਆਂ ਨੂੰ ਚਾਹੀਦਾ ਨਹੀਂ ਸੀ ਇੱਕ ਅਨਾਉਂਸਮੈਂਟ ਪਹਿਲਾਂ ਹੁੰਦੀ, ਜਾਂ ਇਹ ਨਹੀਂ ਮੰਨਦੇ, ਕਬੂਲ ਨਹੀਂ ਕਰਦੇ? ਤੁਸੀਂ ਗੱਲ ਕੀਤੀ ਹੈ ਵੀ ਇਹ ਰੋਏ ਨੇ ਡੱਲੇਵਾਲ ਸਾਹਿਬ, ਪਰ ਫਿਰ ਉੱਥੇ ਤੋਂ ਐਲਾਨ ਕਿਉਂ ਨਹੀਂ ਹੁੰਦਾ? ਸਾਰੇ ਕਿਸਾਨ ਲੰਘ ਚੁੱਕੇ ਨੇ, ਗੁਰੂ ਸਾਹਿਬ ਦੀ ਪਾਲਕੀ ਅੱਜ ਆ ਰਹੀ ਹੈ, ਫਿਰ ਉਹਦੀ ਅਗਵਾਈ 'ਚ ਕਿਉਂ ਨਹੀਂ ਜੀ? ਬਾਈ ਜੀ ਇਹਦਾ ਜਵਾਬ ਤਾਂ ਫਿਰ ਉਹੀ ਦੇ ਸਕਦੇ ਆ। ਸਟੇਜਾਂ ਤੋਂ ਕਹਿਣਾ ਵੀ ਅਸੀਂ ਅਕਾਲ ਪੁਰਖ ਵਾਹਿਗੁਰੂ ਦੀ ਅਗਵਾਈ 'ਚ ਜਿੱਤੇ ਆ ਬੜਾ ਸੌਖਾ ਹੁੰਦਾ, ਗੱਲ ਕਹਿ ਹੀ ਦੇਣੀ ਹੁੰਦੀ ਆ, ਪਰ ਇਹਨੂੰ ਮਹਿਸੂਸ ਕਰਨਾ, ਇਹਨੂੰ ਇੰਟਰਨਲਾਈਜ਼ ਕਰਨਾ, ਤੇ ਇਹਨੂੰ ਆਪਦੇ ਉਸ ਸਾਰੇ ਆਚਰਨ 'ਚ ਲੈ ਕੇ ਆਉਣਾ ਜਿੱਥੋਂ ਤੁਸੀਂ ਕੁਛ ਆਪਦੀ ਇੰਸਪੀਰੇਸ਼ਨ ਲੈਂਦੇ ਹੋ, ਇਹ ਬੜਾ ਔਖਾ ਹੁੰਦਾ। ਇੱਥੇ ਹੀ ਤਾਂ ਅਸਲ ਗੱਲ ਸਮਝ ਆਉਂਦੀ ਆ। ਅਸੀਂ ਤਾਂ ਸ਼ੰਭੂ ਮੋਰਚੇ 'ਚ ਅੱਜ ਜਿਹੜਾ ਇਹ ਆਪਣਾ ਦੇਖੋ ਤੁਸੀਂ ਇੱਥੇ ਰੌਣਕ ਲੱਗੀ ਆ, ਉਹ ਗੁਰੂ ਸਾਹਿਬ ਕਰਕੇ ਲੱਗੀ ਆ। ਹੁਣ ਤੁਸੀਂ ਜਾਹੋ ਜਲਾਲ ਦੇਖਿਓ ਜਦੋਂ ਇੱਥੇ ਗੁਰੂ ਸਾਹਿਬ ਦੀ ਸਵਾਰੀ ਆਈ, ਸੋ ਕੌਣ ਹੈ ਕੌਣ ਨਹੀਂ ਆ ਮੈਟਰ ਨਹੀਂ ਕਰਦੀ ਗੱਲ, ਦੀਪ ਵੀ ਹੈ ਕਿ ਨਹੀਂ ਆ ਇਹ ਵੀ ਮੈਟਰ ਨਹੀਂ ਕਰਦੀ ਗੱਲ, ਹੈ ਨਾ। ਇੱਥੇ ਤਾਂ ਕੋਈ ਪਰਸਨ ਸਪੈਸੀਫਿਕ ਗੱਲ ਹੀ ਨਹੀਂ ਹੋ ਰਹੀ, ਇੱਥੇ ਤਾਂ ਇੱਕ ਬਹੁਤ ਵੱਡੀ ਉਸ ਫਲਸਫੇ, ਉਸ ਸਿਧਾਂਤ ਦੀ ਗੱਲ ਹੋ ਰਹੀ ਹੈ ਜਿੱਥੇ ਸਾਰੀ ਕਾਇਨਾਤ ਆ ਕੇ ਸਮਾ ਸਕਦੀ ਆ। ਸੋ ਇਹ ਪਰਸਨ ਸਪੈਸੀਫਿਕ ਨਹੀਂ ਆ। ਮੈਂ ਆਪਣੇ ਬੰਦਿਆਂ ਨੂੰ ਵੀ ਇਹ ਕਹਿਣਾ ਵੀ ਦੀਪ ਸਿੱਧੂ ਜਾਂ ਕੋਈ ਹੋਰ ਨਾ, ਇਹ ਮੈਟਰ ਨਹੀਂ ਕਰਦਾ। ਸੰਘਰਸ਼ ਨਾਵਾਂ ਤੱਕ ਤੇ ਮੁੱਦਿਆਂ ਤੱਕ ਸੀਮਤ ਨਹੀਂ ਹੁੰਦੇ, ਇਹਦੇ ਪਿੱਛੇ ਕੋਈ ਵੱਡੀ ਗੱਲ ਚੱਲ ਰਹੀ ਹੁੰਦੀ ਆ। ਇਹਦੇ ਪਿੱਛੇ 84 ਵੇਲੇ ਜੋ ਸਾਡੇ ਨਾਲ ਹੋਇਆ ਉਹ ਚੱਲ ਰਿਹਾ ਸੀ, ਜੋ 84 ਤੋਂ ਲੈ ਕੇ 92 ਤੱਕ ਸ਼ਹਾਦਤਾਂ ਹੋਈਆਂ ਉਹ ਸਭ ਕੁਝ ਚੱਲ ਰਿਹਾ ਸੀ। ਇਹਦੇ ਪਿੱਛੇ ਉਹ ਸਾਰਾ ਜੋਸ਼, ਜਜ਼ਬਾ ਤੇ ਸਪਿਰਿਟ ਚੱਲ ਰਹੀ ਸੀ ਜਿਹੜੀ ਸਿੱਖਾਂ 'ਚ ਪਈ ਆ। ਸੋ ਉਹ ਉਸ ਸਪਿਰਿਟ ਨੂੰ ਜਾ ਕੇ ਜਿਹੜਾ ਬੰਦਾ ਸਮਝ ਜੂਗਾ, ਜਿਹੜਾ ਉੱਥੇ ਜਾ ਕੇ ਆਪਦੀ ਬਿਰਤੀ ਲੈ ਜੂਗਾ, ਉਹ ਫਿਰ ਉਹਨੂੰ ਪਤਾ ਲੱਗੂ, ਉਹ ਅਸਲ ਐਨਾਲਿਸਿਸ ਕਰੂਗਾ ਵੀ ਲੜਿਆ ਕਿਵੇਂ ਗਿਆ ਤੇ ਜਿੱਤੇ ਕਿਉਂ ਆ ਤੇ ਕਿਹਨੇ ਜਿੱਤੇ ਆ। ਅਸਲ ਐਨਾਲਿਸਿਸ ਉੱਥੇ ਹੋਊਗਾ ਇਸ ਗੱਲ ਦਾ। ਜਿਵੇਂ ਤੁਸੀਂ ਗੱਲ ਕੀਤੀ ਵੀ ਗੁਰੂ ਸਾਹਿਬ ਦੇ ਕਰਕੇ ਸਾਰੇ ਪ੍ਰਾਪਤੀ ਹੋਈ, ਪਰ ਲੋਕ ਤਾਂ ਕਹਿ ਰਹੇ ਨੇ, ਬਹੁਤ ਸਾਰੇ ਜਿਹੜੇ ਵਿਰੋਧ ਕਰਨ ਵਾਲੇ ਨੇ ਉਹਨਾਂ ਦਾ ਇਹ ਵੀ ਕਹਿਣਾ ਵੀ ਇਹ ਸਿਰਫ ਸਿਆਸਤਦਾਨ ਨੇ, ਸਿਰਫ ਸਿਆਸਤ ਦੇ ਤੌਰ ਤੇ ਦੇਖਣਾ ਹੁੰਦਾ। ਉਹਨਾਂ ਉਹ ਦਿਨ ਜਾਣਬੁੱਝ ਕੇ ਚੁਣਿਆ, ਔਰ ਤਾਂ ਜੋ ਹੁਣ ਪੰਜਾਬ ਦੀਆਂ ਚੋਣਾਂ ਦੇ ਵਿੱਚ ਲੋਕਾਂ ਨੂੰ ਪੰਜਾਬ ਨੂੰ ਜਿੱਤੀਏ ਕਿਵੇਂ, ਤੇ ਮਨਜਿੰਦਰ ਸਿਰਸਾ ਵਰਗੇ ਚਿਹਰੇ ਫਿਰ ਤੁਸੀਂ ਦੇਖ ਹੀ ਲਿਓ। ਕਹਿੰਦੇ ਮਨਜਿੰਦਰ ਸਿਰਸਾ ਦਾ ਕੀ ਆਧਾਰ ਆ ਬਾਈ? ਕਿਸੇ ਦਾ ਵੀ ਕੀ ਆਧਾਰ ਆ? ਕੁਛ ਉਹਨਾਂ ਨਾਲ ਥੋੜ੍ਹੀ ਹੋਈ ਆ, ਸੋਸ਼ਲ ਮੀਡੀਆ ਤੇ ਤੁਸੀਂ ਦੇਖਿਆ ਹੀ ਆ। ਸੋ ਇਹ ਮੈਂ ਤੁਹਾਨੂੰ ਦੱਸਿਆ, ਛਾਨਣਾ ਲੱਗਿਆ, ਬੜਾ ਕੁਛ ਨਿੱਤਰਨਾ। ਗੱਲ ਸਮਝ 'ਚ ਆਪਾਂ ਇਹ ਲੈ ਕੇ ਆਈਏ ਵੀ ਮੰਨ ਲਓ ਇਹ ਸਿਆਸਤ ਖੇਡੀ ਆ, ਬੀਜੇਪੀ ਨੇ ਖੇਡੀ, ਬੀਜੇਪੀ ਕੁਛ ਕਰ ਜੂ ਪੰਜਾਬ 'ਚ? ਤੁਹਾਨੂੰ ਲੱਗਦਾ? ਕਿਸੇ ਨੂੰ ਪੁੱਛ ਕੇ ਦੇਖ ਲਓ, ਆਉਣ ਵਾਲੇ 20 ਸਾਲਾਂ 'ਚ ਵੀ ਕੁਛ ਕਰ ਜੂ, ਪਰ ਜਦੋਂ ਤੱਕ ਜੇ ਆਪਦੇ ਬੰਦੇ ਗਦਾਰੀਆਂ ਕਰ ਗਏ ਤਾਂ ਸਭ ਕੁਛ ਕਰ ਜਾਣਗੇ ਅਗਲੇ। ਸੋ ਗੱਲ ਤਾਂ ਹੁਣ ਸਾਡੇ ਤੇ ਆ ਨਾ, ਅਗਲੇ ਜੋ ਮਰਜ਼ੀ ਸਿਆਸਤ ਖੇਡੀ ਜਾਣ। ਸਾਡੇ ਕਾਰਨ ਦੇ ਮਾਮਲੇ ਦੇ ਵਿੱਚ ਤਾਂ ਦੀਪ ਸਿੱਧੂ ਨੂੰ ਵੀ ਦੇਖ ਰਿਹਾ ਵੀ ਇਹ ਵੀ ਆਉਣ ਵਾਲੇ ਸਮੇਂ ਦੇ ਵਿੱਚ ਗਦਾਰ ਬਣ ਸਕਦਾ ਹੈ ਜੀ। ਮੈਂ ਤਾਂ ਇਹਦੇ ਤੇ ਕੁਛ ਗੱਲ ਇਹ ਕਹਿਣਾ ਵੀ ਸਮਾਂ ਟਾਈਮ ਦੀ ਗੱਲ ਹੀ ਹੈ ਨਾ, ਵੇਟ ਕਰ ਲੈਂਦੇ ਆਪਾਂ ਤੇ ਫਿਰ ਕੀ ਕਰੀਏ? ਫਿਰ ਤਾਂ ਮੈਨੂੰ ਪੰਜਾਬ ਨਾ ਵਾੜਿਓ, ਬਾਕੀਆਂ ਨਾਲ ਜਿਹੜੀ ਕੁੱਤੀ ਖਾਣੀ ਕਰਦੇ ਹੋ ਉਦੋਂ ਦੁੱਗਣੀ ਕਰਿਓ, ਹੈ ਨਾ। ਸੋ ਔਰ ਕਰਨਗੇ ਵੀ, ਇਹ ਕਹਿਣ ਦੀ ਵੀ ਲੋੜ ਨਹੀਂ। ਪਰ ਗੱਲ ਇਹ ਆ ਵੀ ਆਹ ਚੋਣਾਂ ਤਾਂ 2 ਮਹੀਨੇ ਰਹਿ ਗਏ, ਥੋੜ੍ਹੇ ਦਿਨਾਂ 'ਚ ਹੀ ਨਤਾਰੇ ਹੋਣੇ ਸ਼ੁਰੂ ਹੋ ਜਾਣੇ ਆ। ਤੁਸੀਂ ਵੇਖਿਓ ਕਿਵੇਂ ਡਿੱਗਦੇ ਆ। ਸੋ ਕੋਈ ਬੜੀ ਲੰਬੀ ਚੌੜੀ ਤਾਂ ਗੱਲ ਹੀ ਨਹੀਂ, ਇਹ ਤਾਂ ਚੰਗੀ ਗੱਲ ਆ ਵੀ ਸੰਘਰਸ਼ ਤੋਂ ਬਾਅਦ ਚੋਣਾਂ ਨਾਲ ਪਈਆਂ, ਹੈ ਨਾ। ਤੇ ਸਾਨੂੰ ਬੜਾ ਕੁਛ ਚੋਣਾਂ ਨੇ ਹੀ ਦੱਸ ਜਾਣਾ, ਬਹੁਤ ਕੁਛ ਸੰਘਰਸ਼ ਦੱਸ ਗਿਆ, ਬੜਾ ਕੁਛ ਚੋਣਾਂ ਨੇ ਦੱਸ ਜਾਣਾ। ਇਦੋਂ ਬਾਅਦ ਆ ਜਿਹੜਾ ਛਾਨਣਾ ਨਾ, ਇਹਨੇ ਬੜਾ ਕੁਛ ਛਾਨਣਾ ਹਜੇ, ਤੇ
ਥੋੜਾ ਜਿਹਾ ਆਪਾਂ ਸਟੇਟਮੈਂਟਸ ਨਾ ਦਈਏ, ਹੁਣ ਸਬਰ ਰੱਖੀਏ ਬਸ। ਬਿਲਕੁਲ। ਇੱਕ ਲਾਸਟ ਸਵਾਲ ਇਹ ਵੀ ਹੈ ਵੀ ਕਾਮਰੇਡ ਇਹ ਵੀ ਕਹਿ ਰਹੇ ਨੇ, ਉਹ ਕਹਿੰਦੇ ਵੀ ਜੇ ਗੁਰੂ ਦੀ ਕਿਰਪਾ ਹੋਈ ਹੈ ਤਾਂ ਧਰਨੇ ਤਾਂ ਕਹਿੰਦੇ ਪੰਜਾਬ 'ਚ ਵੀ ਬਹੁਤ ਥਾਂ ਚੱਲੀ ਜਾਂਦੇ ਆ। ਬੇਅਦਬੀ ਦਾ ਮਾਮਲਾ ਬਰਗਾੜੀ ਵਿਖੇ ਲੱਗਿਆ ਤੇ ਬਹੁਤ ਸਾਰੇ ਚੰਨੀ ਦੇ ਬੰਦੇ ਤਾਂ ਕੁੱਟ-ਕੁੱਟ ਜਿਹੜੇ ਡੀਐਸਪੀ ਵਰਗੇ ਆ ਛਿੱਲੀ ਜਾ ਰਹੇ ਆ ਵੀ ਫਿਰ ਇੱਥੇ ਕਿਰਪਾ ਕਿਉਂ ਨਹੀਂ ਹੋ ਰਹੀ? ਸਿਰਫ ਉਸੇ ਧਰਨੇ ਦੇ ਵਿੱਚ, ਉਸੇ ਅੰਦੋਲਨ ਦੇ ਵਿੱਚ ਕਿਰਪਾ ਕਿਉਂ ਹੋਈ? ਮੈਂ ਤੁਹਾਨੂੰ ਦੱਸਦਾ, ਹੁਣ ਤੁਹਾਨੂੰ ਲੱਗਦਾ ਵੀ ਗੁਰੂ ਦੀ ਕਿਰਪਾ ਇੱਥੇ ਨਹੀਂ ਹੋ ਰਹੀ? ਮੈਨੂੰ ਤਾਂ ਲੱਗਦਾ, ਮੈਂ ਤਾਂ ਵਿਸ਼ਵਾਸ ਰੱਖਦਾ ਗੁਰੂ ਦੀ ਕਿਰਪਾ 'ਚ, ਪਰ ਆਪਾਂ ਇੱਕ ਇਹਨਾਂ ਦੇ ਸਵਾਲ ਤਾਂ ਮੈਂ ਲੈਣੇ ਆ ਨਾ ਬਾਈ। ਮੈਨੂੰ ਇਹ ਦੱਸੋ ਵੀ ਇਹਨਾਂ ਤੋਂ ਇਹ ਪੁੱਛੋ ਵੀ ਸੰਘਰਸ਼ 'ਚ ਜਿਹੜੇ ਬੰਦੇ ਸੀ ਕਿ ਉਹ ਬੇਅਦਬੀ ਦਾ ਇਨਸਾਫ ਮੰਗਣ ਵਾਲੇ ਉਹ ਬੰਦੇ ਨਹੀਂ ਸੀ ਸੰਘਰਸ਼ 'ਚ? ਕਿ ਸੰਘਰਸ਼ 'ਚ ਪੰਜਾਬ ਦੇ ਮਸਲੇ ਜਾਂ ਪੰਜਾਬ ਦੀਆਂ ਮੰਗਾਂ ਚੱਕਣ ਵਾਲੇ ਬੰਦੇ ਨਹੀਂ ਸੀ? ਇਕੱਲੇ ਕਾਮਰੇਡ ਹੀ ਬੈਠੇ ਸੀ? ਮੈਨੂੰ ਦੱਸੋ ਤੁਸੀਂ ਕਿ ਪਿੰਡਾਂ ਦੇ ਸਾਡੇ ਕਿਸਾਨ, ਜਿਹੜੀ ਗੁਰੂ ਨਾਨਕ ਨਾਮ ਲੇਵਾ ਸੰਗਤ ਆ, ਉਹ ਨਹੀਂ ਸੀ? ਕਿ ਨਿਸ਼ਾਨ ਸਾਹਿਬ ਤੋਂ ਮੁਨਕਰ ਹੋਣ ਵਾਲੇ ਹੀ ਬੰਦੇ ਬੈਠੇ ਸੀ ਉੱਥੇ ਇਕੱਲੇ? ਅਸੀਂ ਤੁਹਾਨੂੰ ਇੱਜ਼ਤ ਦੇ ਰਹੇ ਹਾਂ, ਤੁਹਾਡੇ ਪਚਦੀ ਆ ਤਾਂ ਪਚਾ ਲਓ, ਜੇ ਨਹੀਂ ਪਚਦੀ ਤਾਂ ਤੁਸੀਂ ਕੌੜ ਤੁੰਮੇ ਹੋ, ਤੁਹਾਡੇ ਮਣਾ ਮੂੰਹ ਹੀ ਮਿੱਠਾ ਪਾਈ ਜਾਈਏ ਪਰ ਤੁਸੀਂ ਖਰਬੂਜੇ ਨਹੀਂ ਬਣ ਸਕਦੇ। ਇਹ ਕੌੜ ਤੁੰਮੇ ਹੀ ਰਹਿਣਗੇ, ਥੋੜ੍ਹੇ ਜਿਹੇ ਦਿਨ ਚੁੱਪ ਰਹਿਣ ਦਿਓ ਮੈਨੂੰ ਵੀ, ਨਹੀਂ ਤਾਂ ਇਹਨਾਂ ਦੀਆਂ ਚੀਕਾਂ ਬਹੁਤ ਪੈਣੀਆਂ। ਤੇ ਮੈਂ ਇੱਕ ਗੱਲ ਤੁਹਾਨੂੰ ਦੱਸਦਾ, ਪੰਜਾਬ 'ਚ ਕਾਮਰੇਡੀ ਨਹੀਂ ਚੱਲਣੀ, ਇੱਥੇ ਤਾਂ ਪੰਥਕ ਜਜ਼ਬਾ ਤੇ ਪੰਥਕ ਸਪਿਰਿਟ ਹੀ ਚੱਲੂਗੀ ਤੇ ਇਹ ਕਾਮਰੇਡਾਂ ਨੂੰ ਵਾਹਣੇ ਪਾਵਾਂਗੇ। ਹੁਣ ਆਪਾਂ ਆ ਸਮਾਂ ਆਉਣ ਦਿਓ ਥੋੜਾ ਜਿਹਾ। ਉਹ ਯਾਰ ਬਾਈ ਜੀ ਤਾਂ ਸਰਕਾਰ ਬਣਾਈ ਫਿਰਦੇ ਨੇ ਯਾਰ, ਮੈਂ ਕਹਿੰਦਾ ਚਾਹੇ 10 ਸਰਕਾਰ ਬਣਾ ਲੈਣ, ਸਰਕਾਰਾਂ ਨੂੰ ਅੱਗੇ ਲਾਉਣਾ ਕਿਹੜਾ ਸਾਨੂੰ ਨਹੀਂ ਆਉਂਦਾ। ਸੋ ਸਰਕਾਰ ਸਰਕੂਰ ਬਣਾਉਣਾ ਕੋਈ ਅਹਿਮੀਅਤ ਨਹੀਂ ਰੱਖਦੀ ਗੱਲ। ਇਹ ਕਾਮਰੇਡਾਂ ਨੇ ਸਾਡੇ ਨਾਲ ਬੜਾ ਧੋਖਾ ਕਰ ਲਿਆ। ਇਹਨਾਂ ਨੇ ਸਾਡੇ ਨਾਲ 84 ਤੋਂ ਸਰਕਾਰ ਤੋਂ ਹਥਿਆਰ ਲੈ ਸਾਡੇ ਵਿਰੁੱਧ ਲੜੇ ਆ। ਵੀ ਦੱਸੋ, ਤੁਸੀਂ ਆਪਦੇ ਆਪ ਨੂੰ ਰੈਵੋਲੂਸ਼ਨਰੀ ਮੰਨਦੇ ਹੋ? ਤੁਸੀਂ ਸਰਕਾਰ ਤੋਂ ਰੈਵੋਲੂਸ਼ਨਰੀ ਹਥਿਆਰ ਲੈਂਦੇ ਹੁੰਦੇ ਆ ਕਦੇ? ਤੁਸੀਂ ਤਾਂ ਉਹ ਬੰਦੇ ਹੋ ਜਿਹੜੇ ਕਹਿੰਦੇ ਸੀ ਵੀ ਭਾਖੜਾ ਡੈਮ 'ਚੋਂ ਪਾਣੀ, ਤੇ ਜਦੋਂ ਉਹ ਬੰਨ੍ਹ ਬਣਾਤਾ ਵੀ ਬਿਜਲੀ ਕੱਢ ਲਈ, ਪਿੱਛੇ ਕੁਛ ਹੀ ਨਹੀਂ ਬਚਿਆ। ਤੁਹਾਡੀ ਕੰਟਰੀਬਿਊਸ਼ਨ ਕੀ ਹੈ ਯਾਰ ਇਸ ਧਰਤੀ ਤੇ? ਇੱਥੇ ਕੀ ਤੁਸੀਂ ਆ ਕੇ ਦੇਤਾ? ਤੁਸੀਂ ਕੁਛ ਮਾੜੀ ਮੋਟੀ ਤਾਂ ਸਿਰਜਿਆ ਹੋਵੇ ਕੁਛ। ਸੋ ਇਸ ਕਰਕੇ ਜਿੰਨੀ ਕਿ ਇੱਜ਼ਤ ਬਖਸ਼ ਰਹੇ ਆ ਪੰਜਾਬ ਦੇ ਲੋਕ, ਉਹ ਪਚਾ ਲਓ। ਜੇ ਨਹੀਂ ਪਚਦੀ ਤਾਂ ਬੜਾ ਕੁਛ ਨੰਗਾ ਚਿੱਟਾ ਹੋ ਜਾਣਾ ਇੱਥੇ। ਨਹੀਂ ਪਚਦੀ ਤੁਹਾਡੀ ਤਾਂ ਫਿਰ ਤੁਸੀਂ ਆਪ ਹੀ ਆਪਦੀਆਂ ਬੇਇੱਜ਼ਤੀਆਂ ਕਰਾਉਂਦੇ ਫਿਰੋਂਗੇ। ਇਸ ਕਰਕੇ ਮੈਂ ਤਾਂ ਸਿੱਧੀ ਗੱਲ ਕਰਦਾ ਵੀ ਅਸੀਂ ਇੱਥੇ ਪੰਜਾਬ ਵਸਦਾ ਗੁਰਾਂ ਦੇ ਨਾਂ 'ਤੇ ਆ। ਪੰਥਕ ਜਜ਼ਬਾ ਤੇ ਪੰਥਕ ਸਪਿਰਿਟ, ਸਿੱਖੀ ਸਪਿਰਿਟ ਇਹੀ ਰਹੂਗੀ। ਤੁਸੀਂ ਲਾ ਲਓ ਜ਼ੋਰ ਜਿੰਨਾ ਲੱਗਦਾ ਤੁਹਾਨੂੰ ਜੜ੍ਹਾਂ ਪੱਟਣ ਦਾ। ਇਹ ਤਾਂ ਇੰਨੀਆਂ ਡੂੰਘੀਆਂ ਜੜ੍ਹਾਂ ਵੀ ਧਰਤੀ ਦੇ ਦੂਜੇ ਪਾਸੇ ਵੀ ਲੰਘ ਜਾਓ, ਪਤਾ ਨਹੀਂ ਕਿੰਨੀਆਂ ਕਿ ਧਰਤੀਆਂ 'ਚ ਲੱਗੀਆਂ ਗਾਂ ਜਾ ਕੇ। ਸੋ ਇਹ ਨਹੀਂ ਪੱਟੀਆਂ ਜਾਂਦੀਆਂ। ਸੋ ਇਹ ਪੰਜਾਬ ਦੇ ਹਾਲਾਤ ਮਾੜੇ ਨੇ, ਕਦਮਾਂ ਤੇ ਨਹੀਂ ਪੰਜਾਬ ਮੇਰਾ ਖਿਆਲ ਆ ਹੁਣ ਤੁਰ ਸਕਦਾ, ਅਪਾਹਿਜ ਜਿਹਾ ਜਾਪ ਰਿਹਾ। ਤੇ ਇਹਨੂੰ ਬਾਈ ਖੜਾ ਕਰਨ ਦੇ ਲਈ ਕਿਹੜੇ ਕੀ ਕਰਨਾ ਪਊਗਾ? ਜਿਹੜਾ ਖਜ਼ਾਨਾ ਸਾਡਾ ਖਾਲੀ ਹੋ ਰਿਹਾ ਹੈ ਔਰ ਲਗਾਤਾਰ ਅਸੀਂ ਕਰਜ਼ਈ ਪੰਜਾਬ ਹੋ ਰਿਹਾ, ਇਹਨੂੰ ਖੁਸ਼ਹਾਲ ਕਰਨ ਦਾ ਕੋਈ ਉਪਾਅ ਹੈ? ਬਾਈ ਗੱਲ ਆਏ ਆ, ਪੰਜਾਬ ਸਾਰੇ ਕਹਿੰਦੇ ਅਸੀਂ ਪੰਜਾਬ ਦੀ ਲੜਾਈ ਲੜੀ ਜਾਂਦੇ ਆ, ਸਾਰੀਆਂ ਪਾਰਟੀਆਂ, ਸਭ ਸਮਾਜ ਸੇਵੀ, ਸਭ। ਪਰ ਪੰਜਾਬ ਫਿਰ ਵੀ ਨਿਘਰਦਾ ਜਾ ਰਿਹਾ, ਨਿੱਘਰਦਾ ਜਾ ਰਿਹਾ। ਹੁਣ ਪੰਜਾਬ ਦੀ ਲੜਾਈ ਇਹਦਾ ਮਤਲਬ ਕੋਈ ਨਹੀਂ ਲੜ ਰਿਹਾ, ਝੂਠ ਬੋਲ ਰਹੇ ਆ। ਪਹਿਲਾਂ ਤਾਂ ਇਹ ਦੇਖੀਏ ਵੀ ਪੰਜਾਬ ਦੀ ਲੜਾਈ ਹੈ ਕੀ, ਇਹਨੂੰ ਤਾਂ ਆਇਡੈਂਟੀਫਾਈ ਕਰੀਏ ਨਾ। ਪੰਜਾਬ ਦੇ ਪਾਣੀਆਂ ਦੇ ਮਸਲੇ, ਬੋਲੀ ਦਾ ਮਸਲਾ, ਪ੍ਰਵਾਸ ਦਾ ਮਸਲਾ, ਸਭ ਕੁਝ ਥਾਂ ਜਿਉਂ ਦੀ ਤਿਉਂ ਆ। ਕਿਸਾਨੀ ਦਾ ਮਸਲਾ ਜਿਉਂ ਦੀ ਤਿਉਂ ਆ। ਇਹਦਾ ਮਤਲਬ ਸਟੇਟ ਦੀ ਪਾਲਿਸੀ ਆ ਇੱਥੇ ਜੈਨੋਸਾਈਡ ਕਰਨੀ। ਨਸ਼ਿਆਂ 'ਚ ਵੀ ਸਾਨੂੰ ਜੈਨੋਸਾਈਡ ਪ੍ਰੋਸੈਸ ਚੱਲ ਰਿਹਾ, ਪ੍ਰਵਾਸ 'ਚ ਵੀ ਜੈਨੋਸਾਈਡ ਪ੍ਰੋਸੈਸ ਚੱਲ ਰਿਹਾ, ਖੇਤੀਬਾੜੀ ਤੇ ਹਮਲਾ ਹੁੰਦਾ ਉੱਥੇ ਵੀ ਜੈਨੋਸਾਈਡ ਪ੍ਰੋਸੈਸ ਚੱਲ ਰਿਹਾ। ਸੋ ਜੇ ਸਟੇਟ ਇਸ ਗੱਲ ਤੋਂ ਨਾ ਰੁਕਿਆ ਨਾ, ਤੇ ਸਾਨੂੰ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਲਈ ਲੜਨਾ ਪੈਣਾ। ਉਹ ਤੋਂ ਸਿਵਾ ਸਾਡੇ ਕੋਲੇ ਕੋਈ ਹੱਲ ਨਹੀਂ ਰਹਿ ਜਾਣਾ। ਉਹਦੇ ਲਈ ਬੰਦੇ ਕਿਹੜੇ ਚਾਹੀਦੇ ਫਿਰ ਆਪਾਂ ਨੂੰ? ਕਿਉਂਕਿ ਜਦੋਂ ਵੀ ਆਪਾਂ ਸਟੇਟ ਦੇਖਦੇ ਹਾਂ, ਸਟੇਟ ਤਾਂ ਹਮੇਸ਼ਾ ਹੀ ਕੇਂਦਰ ਹਾਵੀ ਰਹੀ ਹੈ ਹਮੇਸ਼ਾ ਹੀ। ਹੁਣ ਵੀ ਆਪਾਂ ਦੇਖ ਲਈਏ ਤਾਂ ਇੱਕ ਹੁਣ ਤਾਂ ਬਿਲਕੁਲ ਹੀ ਸਾਫ਼ ਹੋ ਚੁੱਕਿਆ। ਨਹੀਂ, ਇਹ ਦੇਖੋ, ਸਟੇਟ ਜਿੰਨੀ ਮਰਜ਼ੀ ਹਾਵੀ ਹੋਵੇ, ਇਤਿਹਾਸ 'ਚ ਕੁਛ ਕੜੀਆਂ ਇਹੋ ਜਿਹੀਆਂ ਆਉਂਦੀਆਂ ਹੁੰਦੀਆਂ ਜਦੋਂ ਸਟੇਟ ਇੰਨੀ ਕਮਜ਼ੋਰ ਹੋ ਜਾਂਦੀ ਆ। ਤੇ ਉਸ ਟਾਈਮ ਫਿਰ ਜੇ ਸਾਡੇ ਇਹ ਜਿਹੜਾ ਗੱਲ ਸਮਝ 'ਚ ਆ ਜੇ, ਦੇਖੋ ਉਸ ਟਾਈਮ ਲੱਖਾਂ ਹੀ ਤਾਜ ਸੜਕਾਂ ਤੇ ਰੁਲਦੇ ਹੁੰਦੇ ਆ, ਫਿਰ ਚੱਕਣ ਵਾਲੇ ਨਹੀਂ ਥੇ ਆਉਂਦੇ। ਬਸ ਅਸੀਂ ਬੂਟਾ ਹਰਾ ਰੱਖੀਏ, ਚੱਕਣ ਵਾਲੇ ਬੰਦੇ ਰਹਿਣ ਸਾਡੇ। ਸੋ ਕੜੀਆਂ ਆਉਣਗੀਆਂ। ਆ ਜਿਹੜੀ ਇਤਿਹਾਸ ਦੀ ਕੜੀ ਚੱਲ ਰਹੀ ਹੈ, ਸਟੇਟ ਤੇ ਕਮਜ਼ੋਰ ਹੀ ਚੱਲ ਰਹੀ ਆ। ਸੋ ਇਸੇ ਕਰਕੇ ਤੁਹਾਨੂੰ ਹੱਥ ਜਿੱਤ ਉਹਨਾਂ ਨੇ ਦਿੱਤੀ ਆ ਵੀ ਅਸੀਂ ਪੰਜਾਬ ਨੂੰ
ਐਂਟੀ ਸਟੇਟ ਨੈਰੇਟਿਵ ਜੇ ਇੱਥੇ ਖੜਾ ਹੋ ਗਿਆ ਨਾ, ਕਿਉਂਕਿ ਸਿੱਖ ਕਰ ਰਹੇ ਆ ਉਹ ਖੜਾ, ਤੇ ਪੰਜਾਬ ਨੂੰ ਥਾਲੀ 'ਚ ਪਰੋਸ ਕੇ ਨਹੀਂ ਫੜਾ ਦੇਣਾ। ਪੰਜਾਬ ਸਾਡੇ ਨਾਲ ਰਹਿਣਾ ਸਾਡੇ ਲਈ ਬੜਾ ਜ਼ਰੂਰੀ ਆ। ਇਹ ਸਰਕਾਰ ਨੂੰ ਗੱਲ ਸਮਝ ਆ ਗਈ, ਇਸ ਕਰਕੇ ਸਿੱਖਾਂ ਨੂੰ ਅਪੀਜ਼ ਕੀਤਾ ਜਾ ਰਿਹਾ। ਹਜੇ ਪਤਾ ਨਹੀਂ ਕਿਹੜੇ ਕਿਹੜੇ ਪੈਕੇਜ ਸਾਨੂੰ ਦੇ ਦੇਣ, ਇਹ ਹੈਰਾਨ ਹੋਣ ਵਾਲੀ ਗੱਲ ਨਹੀਂ ਆ। ਸੋ ਇਸ ਕਰਕੇ ਇਸ ਅਪੀਜ਼ਮੈਂਟ ਨੂੰ ਕਿਵੇਂ ਦੇਖਣਾ, ਆਉਣ ਵਾਲੇ ਸਮੇਂ ਨੂੰ ਕਿਵੇਂ ਦੇਖਣਾ, ਤੇ ਆਪਦਾ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਇਹਦੇ 'ਚ ਅਸੀਂ ਕਿਵੇਂ ਲੈ ਕੇ ਜਾਣਾ, ਇਹ ਸਾਡੀ ਲੀਡਰਸ਼ਿਪ ਤੇ ਡਿਪੈਂਡ ਕਰਦਾ ਹੁੰਦਾ। ਸਾਡੀ ਜਿਹੜੀ ਅੱਜ ਵਿਜ਼ਨਰੀ ਲੋਕਾਂ ਤੇ ਡਿਪੈਂਡ ਕਰਦਾ ਹੁੰਦਾ। ਇਹੀ ਕੁਛ ਤਾਂ ਸਿਰਜਣਾ ਆਪਾਂ। ਸੋ ਤਿਆਰ ਰਹੋ, ਬੜੇ ਲੰਬੇ ਸੰਘਰਸ਼ ਆ, ਕੰਫਰਟ ਜ਼ੋਨ ਨੂੰ ਛੱਡ ਕੇ ਲੜਨੇ ਪੈਣੇ ਆ। ਪੰਜਾਬ ਦੀ ਲੜਾਈ ਹੀ ਇਹਨਾਂ ਸੰਘਰਸ਼ਾਂ 'ਚੋਂ ਲੰਘੂਗੀ। ਜਿਹੜਾ ਸੰਘਰਸ਼ਾਂ 'ਚੋਂ ਲੰਘੂ ਉਹ ਪੰਜਾਬ ਸਿਰਜ ਰਿਹਾ, ਪੰਜਾਬ ਦੀ ਲੜਾਈ ਲੜ ਰਿਹਾ। ਬਾਈ ਨਹੀਂ ਤਾਂ 27 ਦੇ ਵਿੱਚ ਚੋਣਾਂ ਲੜੋਗੇ? ਦੇਖੋ 27 'ਚ ਜੇ ਪੰਜਾਬ ਪੱਖੀ ਕੋਈ ਖੇਤਰੀ ਪਾਰਟੀ ਪੰਜਾਬ ਦੇ ਸਿਧਾਂਤਾਂ ਨੂੰ, ਪੰਜਾਬ ਨੂੰ ਅੱਗੇ ਰੱਖ ਕੇ ਖੇਤਰੀ ਪਾਰਟੀ ਹੋਂਦ 'ਚ ਜਦੋਂ ਮਰਜੀ ਆਉਂਦੀ ਆ, ਆਪਾਂ ਉੱਥੇ ਉਹਨਾਂ ਨੂੰ ਬਣਾਉਣੀ, ਤੁਸੀਂ ਆਪਣੀ ਨਹੀਂ ਬਣਾਓਗੇ? ਬਾਈ ਜੀ ਗੱਲ ਆਈ ਆ ਵੀ ਆਪਣੀ ਇੱਕ ਬੰਦੇ ਦੀ ਤਾਂ ਕੋਈ ਪਾਰਟੀ ਨਹੀਂ ਹੁੰਦੀ। ਤੁਹਾਡੇ ਨਾਲ ਹੈ ਨਹੀਂ ਕੋਈ, ਇਹ ਮੰਨਦੇ ਹੋ ਤੁਸੀਂ ਫਿਰ? ਬਾਈ ਚਾਹੇ ਹੋਵੇ ਨਾ ਹੋਵੇ ਕੋਈ ਮੈਟਰ ਨਹੀਂ ਕਰਦੀ ਗੱਲ। ਆ ਦੇਖੋ ਸੰਗਤ ਆਪਣੇ ਕੋਲੇ ਜਿਹੜੀ ਆਈ ਅੱਜ, ਜਾਂ ਫਿਰ ਤੁਸੀਂ ਇਹਨਾਂ ਨੂੰ ਫਿਰ ਇਹ ਤਾਂ ਪਿਆਰ ਹੀ ਹੈ ਨਾ, ਕੋਈ ਸਮਰਥਕਾਂ 'ਚ ਨਹੀਂ ਗਿਣਦੇ ਫਿਰ ਤੁਸੀਂ? ਪਿਆਰ ਤੁਸੀਂ ਇੱਕ ਬੰਦੇ ਦੀ ਪਾਰਟੀ ਕਿਹਾ ਵੀ ਇੱਕ ਬੰਦੇ ਨਾਲ ਨਹੀਂ ਚੱਲਣੀ, ਫਿਰ ਇਹ ਲੋਕ ਵੈਸੇ ਹੀ ਆਏ ਹੋਏ। ਇਹ ਤੁਹਾਨੂੰ, ਤੁਸੀਂ ਪਿਆਰ ਕਰਨ ਵਾਲੇ ਹੋ ਜੀ ਦੀਪ ਸਿੰਘ? ਹਾਂਜੀ ਹਾਂਜੀ ਬਿਲਕੁਲ ਬਾਈ, ਪਿਆਰ ਕਰਨ ਵਾਲੇ ਆ ਜੀ। ਸੁਣੋ, ਪਿਆਰ ਕਰਦੇ ਆ ਜੀ। ਇਹਨਾਂ 'ਚ ਲੀਡਰਸ਼ਿਪ ਦੇ ਗੁਣ ਨਹੀਂ ਹੈਗੇ? ਸੁਣੋ ਮੈਂ ਕਹਿੰਦਾ ਵੀ ਇੱਕ ਬੰਦੇ ਨਾਲ ਨਹੀਂ ਬਣਦੀ ਹੁੰਦੀ, ਇੱਕ ਕਲੈਕਟਿਵ ਲੀਡਰਸ਼ਿਪ ਕ੍ਰੀਏਟ ਕਰਨੀ ਪੈਂਦੀ ਆ। ਉਹਦਾ ਇੱਕ ਪ੍ਰੋਸੈਸ ਹੁੰਦਾ। ਇਹ ਥੋੜੀ ਵੀ ਕੋਈ ਸਾਡੇ ਹੱਥ 'ਚ ਬਲੂਪ੍ਰਿੰਟ ਕੋਈ ਨਹੀਂ, ਕੋਈ ਪਲਾਨ ਕੋਈ ਨਹੀਂ, ਤੇ ਉੱਥੋਂ ਅੰਦੋਲਨ 'ਚੋਂ ਇੱਧਰ ਨੂੰ ਹੋ ਜਾਈਏ ਕਹਿ ਕੇ ਵੀ ਹੁਣ ਚੋਣਾਂ ਲੜਦੇ ਆ ਜੀ, ਹੁਣ ਸਾਨੂੰ ਪਰਖੋ। ਇਹ ਤਾਂ ਬਹੁਤ ਬੰਦਿਆਂ ਨੇ ਗੱਲ ਕਹੀ ਆ ਵੀ ਹੁਣ ਚੋਣਾਂ ਲੜਦੇ ਆ ਸਾਨੂੰ ਪਰਖੋ, ਪਰ ਇਸ ਗੱਲ 'ਚ ਕੋਈ ਦਮ ਨਹੀਂ ਆ, ਹਨਾ। ਇਸ ਗੱਲ 'ਚ ਇਹਨੂੰ ਆਪਾਂ ਪਹਿਲਾਂ ਵਾਲੇ ਬੰਦਿਆਂ ਨੇ ਜਿਨ੍ਹਾਂ ਨੇ ਕਿਹਾ ਸਾਨੂੰ ਪਰਖੋ, ਉਹਦੇ ਤੋਂ ਪਾਸੇ ਰੱਖ ਕੇ ਕਿਵੇਂ ਦੇਖ ਲਾਂਗੇ? ਪਾਸੇ ਰੱਖ ਕੇ ਨਹੀਂ ਦੇਖਿਆ ਜਾ ਸਕਦਾ। ਇਹ ਪਰਸਨ ਸਪੈਸੀਫਿਕ ਗੱਲ ਨਹੀਂ ਆ। ਸੋ ਇੱਥੇ ਇੱਕ ਪ੍ਰੋਸੈਸ 'ਚੋਂ ਲੰਘ ਕੇ ਹੀ ਪਾਰਟੀ ਖੜੀ ਹੋਣੀ ਆ। ਜਦੋਂ ਮੈਂ ਕਿਹਾ ਨਾ ਇਵੋਲਵ, ਦੋਨਾਂ ਨੇ ਇਕੱਠੇ ਹੋਣਾ, ਲੀਡਰਸ਼ਿਪ ਨੇ ਵੀ ਤੇ ਲੋਕਾਂ ਨੇ ਵੀ। ਸੋ ਇੱਕ ਪ੍ਰੋਸੈਸ ਆ, ਉਹ ਪ੍ਰੋਸੈਸ ਦਿਨਾਂ 'ਚ ਨਹੀਂ ਬਣਦਾ ਹੁੰਦਾ, ਕਈ ਵਾਰੀ ਉਹਦੇ ਤੇ ਸਮਾਂ ਲੱਗਦਾ। ਸੋ ਸਮਾਂ ਲਾਉਣਾ ਪਊਗਾ ਬਾਈ। ਜਦੋਂ ਰਾਈਟ ਟਾਈਮ ਹੋਇਆ, ਉਹ ਕਲੈਕਟਿਵ ਲੀਡਰਸ਼ਿਪ ਹੋਈ ਤੇ ਪੰਜਾਬ ਦੀ ਖੇਤਰੀ ਪਾਰਟੀ ਹੋਂਦ 'ਚ ਆਉਣੀ ਹੋਈ, ਉਹ ਆਊਗੀ। ਸੋ ਇਸ ਲਈ ਆਪਾਂ ਗੁਰੂ ਮਿਹਰ ਕਰੂਗਾ, ਉਹ ਵੀ ਗੁਰੂ ਮਿਹਰ ਕਰੂਗਾ। ਮਿਹਰ ਤਾਂ ਉਹਦੀ ਆ, ਮਿਹਰ ਤਾਂ ਉਹਦੀ ਆ। ਅਸੀਂ ਆਪਦੇ ਯਤਨ ਤਾਂ ਕਰਾਂਗੇ ਨਾ, ਪਰ ਭਰੋਸਾ ਤੇ ਹੌਸਲਾ ਦੇਖੋ। ਸਟੇਟ ਦੇ ਅਗੇਂਸਟ ਲੜ ਰਹੇ ਆ, ਆਪਣੇ ਕੋਲੇ ਹੈ ਕੀ? ਤੁਸੀਂ ਵੀ ਇੱਕ ਛੋਟਾ ਜਿਹਾ ਚੈਨਲ ਚਲਾਉਣੇ ਹੋ, ਤੁਹਾਡੇ ਕੋਲੇ ਵੀ ਕੀ ਆ ਬਾਈ, ਮੇਰੇ ਕੋਲੇ ਵੀ ਕੀ ਆ, ਰਿਸੋਰਸਿਸ ਹੈਗੇ ਆ। ਉਹ ਸਟੇਟ ਦੇ ਅਗੇਂਸਟ ਲੜਨ ਵਾਸਤੇ ਕੀ ਆ? ਕੁਝ ਵੀ ਨਹੀਂ ਆ, ਭਰੋਸਾ ਹੀ ਲਈ ਫਿਰਦਾ ਨਾ ਇੱਕ। ਸੋ ਸਾਡੇ ਜੇ ਅਸੀਂ ਕਹਿੰਦੇ ਹਾਂ ਅਸੀਂ ਰੈਵੋਲੂਸ਼ਨ ਲੈ ਕੇ ਆਵਾਂਗੇ, ਉਹ ਭਰੋਸੇ ਤੇ ਹੀ ਆ ਨਾ ਗੱਲ ਤਾਂ। ਸੋ ਇਹ ਭਰੋਸੇ ਦੇ ਵਿੱਚੋਂ ਹੀ ਗੱਲ ਉੱਠਣੀ ਆ। ਯਤਨ ਸਾਨੂੰ ਕਰਨੇ ਪੈਣੇ ਆ। ਲੀਡਰਸ਼ਿਪ ਦਾ ਰੋਲ ਹੀ ਯਤਨਾਂ ਦਾ ਹੁੰਦਾ। ਭਰੋਸਾ ਤਾਂ ਉਹਦੇ ਤੇ ਹੀ ਰੱਖ ਕੇ ਚੱਲਦੇ ਆ। ਤੁਸੀਂ ਵੇਖੋ, ਜਦੋਂ ਇਹ ਤਾਂ ਪ੍ਰਤੱਖ ਹੋਈਆਂ ਗੱਲਾਂ। ਕਸੂਰ ਫਤਿਹ ਕਿਵੇਂ ਹੋਇਆ ਸੀ? ਕਸੂਰ ਨੂੰ ਕੋਈ ਫਤਿਹ ਨਹੀਂ ਕਰ ਸਕਿਆ ਸੀ। ਸਿੰਘਾਂ ਕੋਲੇ ਆ ਕੇ ਇੱਕ ਬ੍ਰਾਹਮਣ ਨੇ ਇਹ ਫਰਿਆਦ ਕੀਤੀ ਵੀ ਮੇਰੀ ਘਰ ਵਾਲੀ ਨੂੰ ਕਸੂਰ ਦੇ ਜਿਹੜੇ ਮੁਗਲ ਆ ਜਾਂ ਉਹ ਜਿਹੜੇ ਪਠਾਨ ਆ, ਉਹ ਚੱਕ ਕੇ ਲੈ ਗਏ। ਹੁਣ ਸਿੰਘ ਵੀ ਦਚੁੱਤੀ 'ਚ ਪੈ ਗਏ ਵੀ ਕੀ ਕੀਤਾ ਜਾਵੇ। ਗਿਣਤੀ ਥੋੜੀ ਸੀ ਤੇ ਕਸੂਰ ਦੇ ਪਠਾਨ ਮੰਨੇ ਪ੍ਰਮੰਨੇ ਸੂਰਮੇ ਸੀ ਵੀ ਕਿਵੇਂ ਕਰਗੇ। ਅੱਜ ਤੱਕ ਉਹਨੂੰ ਅਬਦਾਲੀ ਵੀ ਨਹੀਂ ਫਤਿਹ ਕਰ ਸਕਿਆ। ਤੇ ਸਿੰਘ ਕਹਿੰਦੇ ਵੀ ਗੁਰੂ ਤੋਂ ਬਾਈ ਆਪਾਂ ਐਂ ਕਹੋ ਵੀ ਗੁਰੂ ਤੋਂ ਮੁਖਵਾਕ ਲਓ, ਹਨਾ। ਹੁਕਮਨਾਮਾ ਲੈਨੇ ਆ, ਹੁਕਮਨਾਮਾ ਸਾਹਿਬ ਲਿਆ, ਹੁਕਮਨਾਮਾ ਸਾਹਿਬ ਆ ਗਿਆ ਵੀ ਕਰ ਦੋ ਚੜ੍ਹਾਈ, ਫਤਿਹ ਹੋਊਗੀ। ਤੇ ਸਿੰਘਾਂ ਨੇ ਉਸ ਭਰੋਸੇ 'ਚ ਚੜ੍ਹਾਈ ਕਰਤੀ ਤੇ ਫਤਿਹ ਹੋਈ। ਸੋ ਇਹ ਭਰੋਸਾ ਰੱਖ ਕੇ ਹੀ ਲੜਾਈਆਂ ਲੜੀਆਂ ਜਾ ਸਕਦੀਆਂ ਹੁੰਦੀਆਂ। ਯਤਨ ਆਪ ਕਰਨੇ ਪੈਂਦੇ ਆ, ਪਰ ਉਹ ਭਰੋਸੇ ਤੋਂ ਇਹੀ ਗੱਲਾਂ ਤਾਂ ਇੰਟਰਨਲਾਈਜ਼ ਕਰਨੀਆਂ, ਕਹਿਣੀਆਂ ਸਟੇਜਾਂ ਤੋਂ ਵੀ ਅਕਾਲ ਪੁਰਖ ਵਾਹਿਗੁਰੂ ਦੀ ਅਗਵਾਈ 'ਚ ਜਿੱਤੀਆਂ ਗੱਲਾਂ ਬਹੁਤ ਸੌਖੀਆਂ। ਇਹਨੂੰ ਇੰਟਰਨਲਾਈਜ਼ ਕਰਨਾ, ਅਸੀਂ ਇੰਟਰਨਲਾਈਜ਼ ਕਰ ਰੱਖੀਆਂ ਕਿ ਨਹੀਂ, ਮਹਿਸੂਸ ਕਰ ਰਹੇ ਹਾਂ ਇਸ ਗੱਲ ਨੂੰ ਕਿ ਨਹੀਂ, ਗੱਲ ਇੱਥੇ ਆ ਕੇ ਪਰਖਣੀ ਪੈਂਦੀ ਆ। ਬਿਲਕੁਲ ਜੀ। ਸੋ ਇਹ ਸੀ ਦੀਪ ਸਿੱਧੂ ਜਿਨ੍ਹਾਂ ਨੇ ਆਪਣੇ ਵਿਚਾਰ ਦਿੱਤੇ। ਮੈਂ ਜਗਦੀਪ ਸਿੰਘ ਥਲੀ, ਸਤਨਾਮ ਸਿੰਘ ਦੇ ਨਾਲ, ਪੰਜਾਬੀ ਲੋਕ ਚੈਨਲ।